ਜਿਹੜੇ ਮੁੰਡੇ ਨੇ ਆਇਲਸ ਨਹੀਂ ਕੀਤਾ ਹੋਇਆ, ਜਿਹੜਾ ਨਹੀਂ ਕਰ ਪਾ ਰਿਹਾ, ਉਹਦੇ ਨਾਲ ਇਹਦਾ ਰਿਸ਼ਤਾ ਕਰ ਦਿੰਦੇ, ਬਾਹਰ ਭੇਜਣ ਦਾ ਖਰਚਾ ਉਹ ਮੁੰਡੇ ਵਾਲੇ ਕਰ ਦੇਣਗੇ। ਸਾਡਾ ਸਿਰਫ ਵਿਆਹ ਦਾ ਖਰਚਾ ਰਹਿ ਜਾਊਗਾ। ਹਾਲਾਂਕਿ ਜੇ ਕਈ ਵਾਰ ਤਾਂ ਵਿਆਹ ਦਾ ਖਰਚਾ ਵੀ ਮੁੰਡੇ ਵਾਲੇ ਕਰ ਦਿੰਦੇ, ਕਿਉਂਕਿ ਬਾਹਰ ਜਾਣ ਦਾ ਲਾਲਚ ਬੜਾ ਜ਼ਿਆਦਾ। ਸੋ ਇਹਦੇ ਵਿੱਚ ਮੁੰਡੇ ਵਾਲੇ ਕੀ ਭਾਲਦੇ ਹੁੰਦੇ ਨੇ ਕਿ ਸਾਡੇ ਮੁੰਡੇ ਕੋਲ ਆਇਲਸ ਨਹੀਂ ਹੋਇਆ, ਆਇਲਸ ਨਹੀਂ ਕਲੀਅਰ ਕਰ ਪਾਇਆ, ਇਸ ਕਰਕੇ ਸਾਨੂੰ ਕੋਈ ਕੁੜੀ ਮਿਲ ਜੇ ਜਿਹਦੇ ਬੈਂਡ ਆਏ ਹੁਣ, ਅਸੀਂ ਉਹਦੇ ਖਰਚਾ ਕਰ ਦਿਆਂਗੇ, ਉਹ ਬਾਹਰ ਚਲੀ ਜਾਏਗੀ ਔਰ ਬਾਹਰ ਸਾਡੇ ਮੁੰਡੇ ਨੂੰ ਲੈ ਜਾਏਗੀ। ਮਤਲਬ ਇਹ ਕੀ ਪ੍ਰੋਸੈਸ ਆ ਗਿਆ, ਬਾਹਰ ਜਾਂਦਾ ਐਡਾ ਵੱਡਾ ਲਾਲਚ ਆ ਗਿਆ ਕਿ ਉਹ ਮੁੰਡੇ ਕੁੜੀ ਦਾ ਰਿਸ਼ਤਾ ਜੋੜ ਦਿੰਦੇ ਨੇ, ਇੱਕ ਸੌਦੇਬਾਜ਼ੀ ਵਾਂਗੂ ਕਰ ਲੈਂਦੇ ਨੇ, ਸੌਦਾ ਬਣ ਗਿਆ। ਜਿੱਦਾਂ ਨੂੰ ਆਇਲਸ ਕਰਕੇ ਵਿਆਹ ਰੱਖ ਦਿੰਦੇ ਨੇ ਜਿਨ੍ਹਾਂ ਦਾ, ਉਹਨੂੰ ਜੇ ਤੁਸੀਂ ਆਵਾਜ਼ ਮਾਰ ਕੇ ਪੁੱਛੋ ਨਾ ਕਿ ਤੁਹਾਡਾ ਕਰੀਅਰ 'ਚ ਕੀ ਅੱਗੇ ਪਲਾਨ ਹੈ, ਤੁਹਾਨੂੰ ਕਰੀਅਰ ਬਾਰੇ ਵੀ ਜਾਣਕਾਰੀ ਨਹੀਂ ਹੁੰਦੀ। ਬਿਲਕੁਲ, ਜਿਨ੍ਹਾਂ ਨੂੰ ਆਪਦੇ ਕਰੀਅਰ ਬਾਰੇ ਜਾਣਕਾਰੀ ਨਹੀਂ, ਉਹਨਾਂ ਨੂੰ ਤੁਸੀਂ ਵਿਆਹ ਦੇ ਰਹੇ ਹੋ। ਮੁੰਡਿਆਂ ਨੇ ਸੁਸਾਈਡ ਬਹੁਤ ਕੀਤੇ ਇੱਥੇ, ਜਿਨ੍ਹਾਂ ਦੇ ਵਿਆਹ ਹੋਏ ਸੀ। ਤੁਸੀਂ ਕਿਹਾ, ਹਾਲਾਂਕਿ ਦੱਸਿਆ ਥੋੜਾ ਬਹੁਤ, ਪਰ ਸੁਸਾਈਡ ਵਾਲੀ ਸਿਚੁਏਸ਼ਨ, ਸੁਸਾਈਡ ਕਰਨ ਦੇ ਲਈ ਐਡਾ ਜਿਗਰਾ ਚਾਹੀਦਾ ਪਹਾੜ ਜਿੱਡਾ, ਉਹ ਸਿਚੁਏਸ਼ਨਾਂ ਤੱਕ ਵੀ ਪਹੁੰਚ ਗਏ ਮੁੰਡੇ। ਤੇ ਕੁੜੀਆਂ ਨੇ ਉੱਥੋਂ ਵੀਡੀਓ ਬਣਾ ਕੇ ਇਸ ਦੀ ਗਲਤੀ ਤਾਂ ਨਹੀਂ ਮੰਗੀ, ਸਗੋਂ ਉਹਨਾਂ ਨੇ ਵੀ ਆਪਦੇ ਕਲੈਰੀਫਿਕੇਸ਼ਨ ਦਿੱਤੇ। ਤੁਹਾਨੂੰ ਕੀ ਲੱਗਦਾ ਫਿਰ ਉਹਨਾਂ ਦੇ ਕਲੈਰੀਫਿਕੇਸ਼ਨ ਵੀ ਠੀਕ ਸੀ, ਜਾਂ ਇੱਧਰੋਂ ਜੋ ਸੁਸਾਈਡ ਵਾਲੀ ਜਗ੍ਹਾ ਤੇ ਪਹੁੰਚ ਗਏ ਉਹ ਕਿਵੇਂ ਆ ਸਿਸਟਮ? ਜਿਹਦਾ ਜਦੋਂ ਰਿਸ਼ਤਾ ਹੋਇਆ ਸੀ ਮਨਪ੍ਰੀਤ, ਉਦੋਂ ਉਹਨੂੰ ਸਾਰੇ ਲੋਕ ਕਹਿੰਦੇ ਸੀ ਵੀ ਵਾਹ ਵਾਹ ਕੀ ਬਾਤ ਹੈ ਯਾਰ, ਆਇਲਸ ਵਾਲੀ ਕੁੜੀ ਨਾਲ ਰਿਸ਼ਤਾ ਹੋ ਗਿਆ, ਆਇਲਸ ਵਾਲੀ ਕੁੜੀ ਨਾਲ ਰਿਸ਼ਤਾ ਹੋ ਗਿਆ। ਸਾਰੇ ਉਹਨੂੰ ਸ਼ਾਬਾਸ਼ ਦਿੰਦੇ ਸੀ, ਸਾਰੇ ਉਹਨੂੰ ਪਾਰਟੀ ਦੇ ਬੜਾ ਖੁਸ਼ ਹੋ ਕੇ ਹੁੱਬ ਕੇ ਬਾਹਰ ਨਿਕਲਦਾ ਸੀ। ਤੇ ਜਦੋਂ ਉਹ ਸ਼ੁਰੂ ਹੋ ਜਾਂਦਾ ਟਾਈਮ, ਸਾਲ ਪੈਣ, 1 ਸਾਲ ਹੋ ਗਿਆ, 2 ਸਾਲ ਪੈ ਗਏ, 3 ਸਾਲ ਪੈ ਗਏ, ਤਾਂ ਉਹਦੇ ਚ ਉਹ ਜਿਹੜਾ ਗੈਪ, ਉਹ ਬਾਹਰ ਨਹੀਂ ਜਾ ਪਾਉਂਦਾ। ਤਾਂ ਇੱਧਰਲੇ ਜਿਹੜੇ ਲੋਕ ਨੇ ਫਿਰ ਉਸੇ ਮੁੰਡੇ ਨੂੰ ਜਦੋਂ ਬਾਹਰ ਨਿਕਲਦਾ, ਕਿਵੇਂ ਮੁੱਕਰ ਗਈ, ਕਿਵੇਂ ਨੇ ਤੈਨੂੰ ਸੱਦ ਨਹੀਂ ਰਹੀ, ਕੀ ਗੱਲ? ਬਿਲਕੁਲ ਇਦਾਂ ਹੁੰਦਾ। ਕੁੜੀ ਦੀ ਲਾਈਫ ਸਾਰੀ ਚੇਂਜ ਹੋ ਗਈ ਬਾਹਰ ਜਾ ਕੇ, ਮੁੰਡਾ ਹਜੇ ਉੱਥੇ ਹੀ ਖੜਾ ਸੀ, ਉਹ ਕਿਉਂਕਿ ਉੱਥੇ ਹੀ ਹੈ, ਹਜੇ ਉਹਨੇ ਜਾਣਾ ਬਾਹਰ ਸਾਲ 1.5 ਸਾਲ ਬਾਅਦ। ਹੁਣ ਕੁੜੀ ਦੀ ਲਾਈਫ ਦੇ ਵਿੱਚ ਬਹੁਤ ਚੇਂਜਸ ਆ ਗਏ, ਇੰਨਾ ਬਰਡਨ, ਇੰਨਾ ਕੰਮ, ਇੰਨੀ ਟੈਨਸ਼ਨ, ਉਹਨੂੰ ਰੋਟੀ ਬੈਠਣ ਨੂੰ ਮਿਲਦੀ ਹੈ, ਤੇ ਪਰ ਉਹਦੀ ਐਕਸਪੈਕਟੇਸ਼ਨ ਸੇਮ ਹੈ ਵੀ ਮੈਂ ਜਿਵੇਂ ਗੱਲ ਕਰਦਾ ਸੀ ਪਹਿਲਾਂ, ਮੇਰੇ ਨਾਲ ਕੁੜੀ ਉਦਾਂ ਹੀ ਗੱਲ ਕਰਦੀ ਰਹੇ। ਜਦੋਂ ਉਹ ਇੱਧਰ ਸਮਾਂ 24 ਘੰਟੇ ਗੱਲ ਕਰਦੀ ਇੱਕੋ ਦਮ 2 ਘੰਟੇ ਤੇ ਆ ਜਾਊਗੀ, ਤੇ ਫਿਰ ਇੱਕੋ ਦਮ ਜਦੋਂ ਕੰਮ ਤੋਂ ਘਰੇ ਆਊਗੀ ਇੱਕਦਮ ਇੱਧਰ ਕਰੂਗੀ ਲਵ ਯੂ ਬੇਬੀ ਕਰਦੀ ਉਧਰ ਜਦੋਂ ਕੰਮ ਤੇ ਆਊਗੀ ਤਾਂ 2-3 ਵਾਰੀ ਕਾਲ ਆਊਗਾ ਤਾਂ ਕਹੂਗੀ ਪਲੀਜ਼ ਮੈਂ ਫਰਸਟ੍ਰੇਟ ਹੋ ਗਈ, ਮੈਂ ਥੋੜਾ ਆਰਾਮ ਕਰ ਲੈਣਗੇ, ਉਹ ਕਰ ਲੈਣਗੇ। ਤਾਂ ਫਿਰ ਇਹ ਮੁੰਡਾ ਜਦੋਂ ਸਮਝਦਾਰ ਹੋਇਆ ਤਾਂ ਸਮਝ ਜੂਗਾ, ਪਰ ਬਹੁਤ 99% ਦੇ ਵਿੱਚ ਕੇਸ ਦੇ ਵਿੱਚ ਕੀ ਹੁੰਦਾ, ਇਹ ਮੁੰਡਾ ਉਹਨੂੰ ਕੀ ਕਹੂਗਾ, ਤੂੰ ਬਦਲ ਗਿਆ ਸੀ। ਫਿਰ ਗਾਣੇ ਬਣਦੇ। ਉਹ ਬੰਦਾ ਜਿਹੜਾ ਸੁਸਾਈਡ ਕਰਦਾ ਇੱਧਰ ਬੈਠਾ, ਉਹ ਛੋਟੀ ਜਿਹੀ ਗੱਲ ਤੋਂ ਵੀ ਕਰਦਾ, ਪਤਾ ਨਹੀਂ ਕਿੰਨਾ ਕੁਝ ਸਹਿ ਕੇ ਕਰਦਾ। ਉਹ ਇੱਕ ਵਾਰੀ ਟਰਾਈ ਨਹੀਂ ਕਰਦਾ, ਜਿਹੜਾ ਮੁੰਡਾ ਲਵਪ੍ਰੀਤ ਸੀ, ਉਹ ਇੱਕ ਵਾਰੀ ਟਰਾਈ ਨਹੀਂ ਕੀਤਾ ਸੀ ਉਹਨੇ, ਉਹ ਦਿਨ ਦੇ ਵਿੱਚ 100 ਮੈਸੇਜ ਕਰਦਾ ਵੀ ਹੁਣ ਵੀ ਬਦਲ ਜੇ। ਜਦੋਂ 100 ਦਿਨਾਂ ਮਹੀਨੇ ਬਾਅਦ ਇੱਕ ਵੀ ਰਿਪਲਾਈ ਆ ਜਾਏ ਨਾ, ਉਹਨੂੰ ਬਹੁਤ ਵੱਡਾ ਲੱਗਦਾ ਵੀ ਚੱਲ ਅੱਜ ਮੇਰੇ ਨਾਲ ਬਹੁਤ ਵਧੀਆ ਗੱਲ ਕਰ ਲਈ। ਆਈਲੈਟਸ ਇੰਨੀ ਕੁ ਕਰ ਚੁੱਕੀ ਅੰਦਰ। ਸਾਡੇ ਜਿਹੜੇ ਧਰਮ ਪ੍ਰਚਾਰਕ ਹੈ, ਉਹ ਜਦੋਂ ਸਟੇਜ ਲੱਗਦੀ ਹੈ, ਗੁਰੂ ਸਾਹਿਬ ਮਹਾਰਾਜ ਨਾਲ ਹੁੰਦੇ ਆ, ਉਹਨਾਂ ਦੀ ਹਜ਼ੂਰੀ 'ਚ ਕਹਿੰਦੇ ਆ ਵੀ ਆਦੇ ਬੱਚਿਆਂ ਨੂੰ ਆਈਲੈਟਸ ਕਰਾਓ, ਇੱਕ ਵਾਰੀ ਫੇਲ ਹੋਵੇ ਫਿਰ ਕਰਾਓ, ਚਾਹੇ ਉਹਨੂੰ 20 ਵਾਰ ਲੱਗ ਜੇ ਟਾਈਮ, ਪਰ ਆਈਲੈਟਸ ਕਰਾਓ, ਬਾਹਰ ਭੇਜੋ। ਕਿਸੇ ਨੂੰ ਕਿਹਾ ਹੋਇਆ ਵੀ ਅੱਛਾ ਬਾਈ ਤੁਸੀਂ ਡਰਾਈਵਰ ਹੋ, ਇੱਕ ਬੰਦਾ ਹੈ ਕੈਨੇਡਾ ਦੇ ਵਿੱਚ, ਕੈਲਗਰੀ ਦੇ ਵਿੱਚ, ਉਹਦੇ ਕੋਲ 3 ਟਰੱਕ ਹੈ, ਉਹਦੇ ਕੋਲ ਡਰਾਈਵਰ 2 ਹੀ, ਇੱਕ ਡਰਾਈਵਰ ਹੋਰ ਚਾਹੀਦਾ, ਤੁਸੀਂ ਉਹਨੂੰ ਭੇਜ ਦਿੰਦੇ ਆ। ਕੋਈ ਇੱਦਾਂ ਵੀ ਜਾਂਦਾ ਹੁੰਦਾ? ਕੋਈ ਉਮਰ ਕਿੰਨੀ ਤੁਹਾਡੀ? 42 ਸਾਲ, ਪੜ੍ਹੇ ਕਦੋਂ? 12ਵੀਂ ਕਦੋਂ ਕੀਤੀ ਸੀ? 1977। ਚਲੋ ਤੁਹਾਨੂੰ ਭੇਜ ਦਿੰਦੇ, ਕੋਈ ਗੱਲ ਨਹੀਂ। ਉਹਦੇ ਵਾਸਤੇ ਬੰਦੇ ਨੇ 4 ਲੱਖ ਰੁਪਇਆ ਦਿੱਤਾ ਹੋਇਆ, ਮੈਂ ਵੜਵਾ ਕੇ ਦਿੱਤਾ। ਤੇ ਮੈਂ ਜਰਨਲਿਜ਼ਮ 'ਚ ਕੰਮ ਕਰਨ ਲੱਗਿਆ, ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਫੋਨ ਆਉਂਦੇ ਨੇ, ਭਾਈ ਆਹ ਫਾਈਲ ਲਵਾ ਦੇ ਬਾਹਰ ਦੀ, ਸਾਡੇ ਭਾਈ ਪੈਸੇ ਫਸ ਗਏ। ਤਕਰੀਬਨ ਜੇ ਮੈਂ ਤੁਹਾਨੂੰ ਮੰਥਲੀ ਦੱਸਾਂ ਤਾਂ 90-95 ਲੱਖ ਰੁਪਇਆ ਲੋਕਾਂ ਦਾ ਵਾਪਸ ਕਰਵਾ ਦਿੱਤਾ ਅੱਜ ਤੱਕ ਮੈਂ। ਲੋਕਾਂ ਦਾ ਜਿਹੜਾ ਫਸਿਆ ਹੋਇਆ ਸੀ, ਜਿਹੜਾ ਜਮਾਂ ਯੂਜ਼ਲੈਸ ਫਸਿਆ ਹੋਇਆ ਸੀ, ਜਿਵੇਂ ਲੋਕਾਂ ਨੇ ਕਹਿਣਾ ਬਈ ਇਹਨਾਂ ਦਾ ਵੀਜ਼ਾ ਨਹੀਂ ਲੱਗਾ ਤੇ ਤਾਂ ਕਰਕੇ ਹੁਣ ਲੱਗੇ, ਤੁਸੀਂ ਤਾਂ ਬੈਂਡ ਵੀ ਲੈ ਲਏ ਸੀ। ਲੋਕਾਂ ਨੇ ਤੁਹਾਨੂੰ ਸਪੈਸ਼ਲ ਕਹਿਣਾ ਕਿ ਇਹ ਬੰਦੇ ਦਾ ਵੀਜ਼ਾ ਨਹੀਂ ਲੱਗਾ। ਤਾਂ ਪਬਲਿਕ ਪੋਡਕਾਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਮਨਪ੍ਰੀਤ ਔਲਖ। ਪੰਜਾਬ ਦੀ ਧਰਤੀ ਨੂੰ ਛੱਡ ਕੇ ਵਿਦੇਸ਼ ਵੱਲ ਭੱਜਣਾ ਪੰਜਾਬ ਦੇ ਮੁੰਡੇ ਕੁੜੀਆਂ ਦੀ ਹੁਣ ਪਹਿਲ ਬਣ ਚੁੱਕੀ ਹੈ। ਉਸ ਦੇ ਵਿੱਚ ਜ਼ਰੀਆ ਬਣਦੀ ਹੈ ਆਈਲੈਟਸ। ਤੇ ਆਈਲੈਟਸ ਅੱਜ ਕੱਲ੍ਹ ਆਪਣੇ ਬੜੇ ਰੰਗ ਦਿਖਾ ਰਹੀ ਹੈ।
ਆਈਲੈਟਸ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਪੰਜਾਬ ਦੇ ਵਿੱਚ ਪੈਦਾ ਹੋਣ ਲੱਗੀਆਂ ਨੇ ਤੇ ਅੱਜ ਆਈਲੈਟਸ ਦੇ ਨਾਲ ਜੁੜੇ ਹੋਏ ਇੱਕ ਵੱਡੇ ਤੇ ਖਤਰਨਾਕ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਗੁਰਪਾਲ ਸਿੰਘ ਬਰਾੜ ਸਾਹਿਬ, ਸਵਾਗਤ ਹੈ ਜੀ। ਬਹੁਤ ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਬਹੁਤ ਵਧੀਆ ਜੀ, ਤੁਸੀਂ ਦੱਸੋ? ਗਰਮੀ ਲੱਗਦੀ ਆਈ ਵੀ ਬਹੁਤ ਦਿਨ ਬਿਲਕੁਲ ਗਰਮੀ ਹਾਂ। ਜਿਵੇਂ ਮੈਂ ਕਿਹਾ ਕਿ ਵੀ ਆਈਲੈਟਸ ਇਸ ਦੇ ਵੱਖ-ਵੱਖ ਰੰਗ ਨੇ ਜੀ, ਪਰ ਅੱਜ ਜਿਹੜੇ ਇਸ ਰੰਗ ਤੇ ਜਾਂ ਇੱਕ ਟੌਪਿਕ ਤੇ ਆਈਲੈਟਸ ਦੀ ਗੱਲ ਕਰਨੀ ਹੈ ਉਹ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਬਈ ਛੋਟੇ ਮੁੰਡੇ ਕੁੜੀਆਂ ਇਸ ਦੇ ਚੱਕਰ ਦੇ ਵਿੱਚ ਵਿਆਹ ਕਰਾਈ ਜਾਂਦੇ ਨੇ, ਬਾਹਰ ਚਲੇ ਜਾਂਦੇ ਨੇ। ਉਹ ਸਪਾਊਸ ਵੀਜ਼ਾ ਜਿਨ੍ਹਾਂ ਦਾ ਨਹੀਂ ਲੱਗਦਾ, ਮੁੰਡੇ ਇੱਥੇ ਰਹਿ ਜਾਂਦੇ ਆ, ਕੁੜੀ ਉੱਧਰ ਵਗ ਜਾਂਦੀ ਹੈ। ਉਹ ਵਿਚਾਲੇ ਜਿਹੜਾ ਗੈਪ ਹੈ, ਉਸ ਤੋਂ ਬਾਅਦ ਜਿਹੜੇ ਰਿਸ਼ਤੇ ਟੁੱਟਦੇ ਨੇ, ਤਲਾਕ ਹੁੰਦੇ ਨੇ, ਸੁਸਾਈਡਸ ਹੁੰਦੀਆਂ ਨੇ, ਉਹ ਕਿੰਨਾ ਕੁਝ ਹੈ, ਕਿੰਨਾ ਮੁੱਦਾ ਹੈ ਪੰਜਾਬ ਦੇ ਵਿੱਚ। ਉਸ ਦੇ ਉੱਤੇ ਗੱਲਬਾਤ ਮੈਂ ਕਹਿੰਦਾ ਤੁਸੀਂ ਦੱਸੋ ਇਹ ਸਾਰਾ ਸਿਸਟਮ ਕੀ ਹੈ ਤੇ ਕਿੱਧਰ ਨੂੰ ਚੱਲ ਪਏ ਅਸੀਂ? ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਵਾਲ ਕੀਤਾ ਔਰ ਬੜੇ ਤੁਸੀਂ ਮਤਲਬ ਇਹਨੂੰ ਤਰਤੀਬ ਬੜੀ ਸੋਹਣੀ ਬਣਾਈ ਹੈ ਵੀ ਇਸ ਤਰ੍ਹਾਂ ਹੁੰਦਾ। ਹੁਣ ਮੈਂ ਪਹਿਲਾਂ ਆਪਾਂ ਵੈਸੇ ਦਰਸ਼ਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਪਰ ਕਈ ਵਾਰੀ ਆਪਾਂ ਨੂੰ ਜਿਹੜੇ ਪੰਜਾਬ ਤੋਂ ਨਹੀਂ ਬਿਲੋਂਗ ਕਰਦੇ ਉਹ ਦਰਸ਼ਕ ਵੀ ਦੇਖ ਰਹੇ ਹੁੰਦੇ ਆ ਤੇ ਮੈਂ ਐਕਸਪਲੇਨ ਕਰਦਿਆਂ ਥੋੜਾ ਵੀ ਸਿਸਟਮ ਕਿੱਦਾਂ ਦਾ ਚੱਲ ਰਿਹਾ ਤੇ ਪਰ ਇਹਦਾ ਜੇ ਨਾਮ ਦੇਵਾਂ ਤਾਂ ਮਨਪ੍ਰੀਤ ਬਹੁਤ ਹੀ ਵਾਹਿਯਾਤ ਤੇ ਘਟੀਆ ਇਹ ਪਰੰਪਰਾ ਕਹਿ ਲਓ ਜਾਂ ਸਿਸਟਮ ਕਹਿ ਲਓ ਜਾਂ ਜੋ ਵੀ ਚੱਲ ਰਿਹਾ ਇਹ ਪ੍ਰੋਸੈਸ ਬੜਾ ਹੀ ਵਾਹਿਯਾਤ ਤੇ ਘਟੀਆ ਹੈ। ਪੰਜਾਬ ਦੇ ਲੋਕ ਇਦਾਂ ਕਰਨਗੇ ਇਹੋ ਜਿਹਾ ਕੁਝ ਚੱਲੂਗਾ ਕਦੇ ਆਉਣ ਵਾਲੇ ਸਮੇਂ ਦੇ ਵਿੱਚ, ਇਹ ਨਹੀਂ ਸੀ ਸੋਚਿਆ। ਦੇਖੋ ਕਹਿਣ ਦੇ ਵਿੱਚ ਬੜਾ ਵਧੀਆ ਲੱਗਦਾ ਹੈ। ਹੁਣ ਕਿਸੇ ਦੇ ਬੱਚੇ ਨੇ ਆਇਲਸ ਕੀਤਾ ਹੋਵੇ ਤਾਂ ਜੇ ਉਹਨੂੰ ਕੁੜੀ ਨੇ ਆਇਲਸ ਕੀਤਾ ਤੇ ਮੁੰਡੇ ਨੇ ਆਇਲਸ ਨਹੀਂ ਕੀਤਾ ਤੇ ਉਹਨੂੰ ਮੁੰਡੇ ਨੂੰ ਰਿਸ਼ਤਾ ਹੋ ਜਾਏ ਆਇਲਸ ਵਾਲੀ ਕੁੜੀ ਨਾਲ, ਉਹਨੇ ਬਾਹਰ ਜਾਣਾ ਹੋਵੇ ਤਾਂ ਲੋਕ ਬੜੇ ਹੁੱਬ ਕੇ ਕਹਿੰਦੇ ਵੀ ਫਲਾਣੇ ਨੂੰ ਤਾਂ ਆਇਲਸ ਵਾਲੀ ਕੁੜੀ ਮਿਲ ਗਈ। ਮਤਲਬ ਉਹਨੂੰ ਸੈਲੀਬ੍ਰੇਟ ਬੜਾ ਕੀਤਾ ਜਾਂਦਾ ਪੰਜਾਬ 'ਚ, ਸੱਥਾਂ 'ਚ, ਆਮ ਲੋਕਾਂ 'ਚ, ਰਿਸ਼ਤੇਦਾਰੀਆਂ 'ਚ, ਵਿਆਹਾਂ ਸ਼ਾਦੀਆਂ 'ਚ ਜਦੋਂ ਇਕੱਠੇ ਹੁੰਦੇ, ਬੁੜੀਆਂ ਦੇ ਵਿੱਚ, ਬੰਦਿਆਂ ਦੇ ਵਿੱਚ, ਆਮ ਨੌਜਵਾਨਾਂ ਦੇ ਵਿੱਚ ਵੀ ਇਹਨੂੰ ਆਇਲਸ ਵਾਲੀ ਕੁੜੀ ਮਿਲ ਗਈ। ਪਰ ਇਹ ਕਿੱਡਾ ਘਟੀਆ ਪ੍ਰੋਸੈਸ ਸ਼ੁਰੂ ਹੋ ਗਿਆ। ਇਹ ਲੋਕਾਂ ਨੂੰ ਜਾਣਕਾਰੀ ਕਈਆਂ ਨੂੰ ਹੈਗੀ ਵੀ ਆ, ਉਹ ਤਾਂ ਅੰਨੇ ਹੋਏ ਪਏ ਨੇ, ਨਜ਼ਰਅੰਦਾਜ਼ ਕਰਦੇ ਨੇ ਤੇ ਬਹੁਤ ਸਾਰਿਆਂ ਨੂੰ ਹੈਗੀ ਨਹੀਂ ਤੇ ਜਿਹਨਾਂ ਨੂੰ ਹੈਗੀ ਨਹੀਂ ਉਹਨਾਂ ਲਈ ਬੜਾ ਖਤਰਨਾਕ ਹੈ। ਸੋ ਮੈਂ ਤੁਹਾਨੂੰ ਵੈਸੇ ਸਮਝਾ ਦਿਆਂ ਵੀ ਪ੍ਰੋਸੈਸ ਕੀ ਹੈ। ਇਹਦੇ ਵਿੱਚ ਆਮ ਤੌਰ ਤੇ ਕੀ ਮੰਨਿਆ ਕੀ ਜਾਂਦਾ ਕਿ ਸੱਚ ਹੀ ਇਹ ਹੈ ਕਿ ਅਕੈਡਮਿਕਸ ਦੀ ਗੱਲ ਕਰੀਏ, ਪੜ੍ਹਾਈ ਦੀ ਗੱਲ ਕਰੀਏ ਤੇ ਜਿਹੜੀਆਂ ਕੁੜੀਆਂ ਨੇ ਉਹ ਇੰਨੀਆਂ ਇੰਟੈਲੀਜੈਂਟ ਜ਼ਿਆਦਾ ਹੁੰਦੀਆਂ ਨੇ ਮੁੰਡਿਆਂ ਨਾਲੋਂ, ਤਾਂ ਮੁੰਡੇ ਇੰਨੇ ਇੰਟੈਲੀਜੈਂਟ ਜ਼ਿਆਦਾ ਨਹੀਂ ਹੁੰਦੇ ਐਸ ਕੰਪੇਅਰ ਟੂ ਗਰਲਸ। ਤਾਂ ਪੜ੍ਹਾਈ ਦੇ ਮਾਮਲੇ 'ਚ ਵੈਸੇ ਤਾਂ ਚਲੋ ਜਿਹੜਾ ਸੋਚਣ ਦੀ ਸ਼ਕਤੀ ਜਾਂ ਇੰਟੈਲੀਜੈਂਸ ਦਾ ਲੈਵਲ ਹੁੰਦਾ ਮੁੰਡਿਆਂ ਦਾ ਬਹੁਤ ਹੁੰਦਾ, ਪਰ ਜਿਹੜੇ 10ਵੀਂ 12ਵੀਂ ਆਇਲਸ ਦੀ ਗੱਲ ਕਰਾਂ ਹਨਾ, ਜਾਂ ਪੰਜਾਬ ਦੇ ਕਲਚਰ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਮੁੰਡਿਆਂ ਤੋਂ ਆਇਲਸ ਦੇ ਬੈਂਡ ਲਏ ਨਹੀਂ ਜਾਂਦੇ, ਕੁੜੀਆਂ ਲੈ ਲੈਂਦੀਆਂ ਨੇ ਬੈਂਡਸ ਹਨਾ। ਤਾਂ ਕੀ ਹੁੰਦਾ ਤੇ ਬਾਹਰ ਜਾਂਦੇ ਦੌੜ ਸਾਰਿਆਂ 'ਚ ਲੱਗੀ ਹੈ, ਮੁੰਡਿਆਂ 'ਚ ਵੀ ਕੁੜੀਆਂ 'ਚ ਵੀ ਤੇ ਮਾਪਿਆਂ 'ਚ ਤਾਂ ਬਹੁਤ ਜ਼ਿਆਦਾ। ਮਾਪਿਆਂ ਨੂੰ ਤਾਂ ਇਹ ਹੈ ਵੀ 10ਵੀਂ ਹੋ ਜਾਏ, 10ਵੀਂ ਤੋਂ ਬਾਅਦ ਵੀ ਜੇ ਆਇਲਸ ਹੋ ਕੇ ਬਾਹਰ ਭੇਜ ਸਕਦੇ ਤਾਂ ਉਹ ਵੀ ਚੰਗਾ ਹੈ। 12ਵੀਂ ਤੋਂ ਮਸਾਂ ਹੀ ਕਰਵਾਉਂਦੇ ਨੇ, 12ਵੀਂ ਤੋਂ ਬਾਅਦ ਤਾਂ ਚਲੋ ਬਾਹਰ ਭੇਜਣਾ ਹੀ ਭੇਜਣਾ। ਹੁਣ ਹੁੰਦਾ ਕੀ ਹੈ ਕਿ 12ਵੀਂ ਤੋਂ ਬਾਅਦ ਮੁੰਡਾ ਆਇਲਸ ਕਰ ਨਹੀਂ ਪਾਉਂਦਾ, ਕੁੜੀ ਆਇਲਸ ਕਰ ਲੈਂਦੀ ਹੈ ਤੇ ਕੁੜੀ ਆਇਲਸ ਜਿਹਨੇ ਕੀਤਾ ਹੁੰਦੀ ਹੈ ਤੇ ਉਹ ਮਾਪੇ ਸੋਚਦੇ ਆ ਵੀ ਹੁਣ ਕੁੜੀ ਨੇ ਆਇਲਸ ਕੀਤਾ, ਇਹਨੂੰ ਬਾਹਰ ਭੇਜਾਂਗੇ, ਪਹਿਲਾਂ ਹੁਣ ਖਰਚਾ ਕਰਾਂਗੇ, ਫਿਰ ਇਹ ਆਊਗੀ, ਫਿਰ ਇਹਦੇ ਵਿਆਹ ਤੇ ਖਰਚਾ ਕਰਾਂਗੇ, ਡਬਲ ਖਰਚਾ ਹੋ ਜਾਊਗਾ। ਇਸ ਕਰਕੇ ਇਹ ਕਰਦੇ ਆ ਵੀ ਜਿਹੜੇ ਮੁੰਡੇ ਨੇ ਆਇਲਸ ਨਹੀਂ ਕੀਤਾ ਹੋਇਆ, ਜਿਹੜਾ ਨਹੀਂ ਕਰ ਪਾ ਰਿਹਾ, ਉਹਦੇ ਨਾਲ ਇਹਦਾ ਰਿਸ਼ਤਾ ਕਰ ਦਿੰਦੇ ਆ। ਬਾਹਰ ਭੇਜਣ ਦਾ ਖਰਚਾ ਉਹ ਮੁੰਡੇ ਵਾਲੇ ਕਰ ਦੇਣਗੇ, ਸਾਡਾ ਸਿਰਫ ਵਿਆਹ ਦਾ ਖਰਚਾ ਰਹਿ ਜਾਊਗਾ। ਹਾਲਾਂਕਿ ਜੇ ਕਈ ਵਾਰ ਤਾਂ ਵਿਆਹ ਦਾ ਖਰਚਾ ਵੀ ਮੁੰਡੇ ਵਾਲੇ ਕਰ ਦਿੰਦੇ ਕਿਉਂਕਿ ਬਾਹਰ ਜਾਣ ਦਾ ਲਾਲਚ ਬੜਾ ਜ਼ਿਆਦਾ ਹੈ। ਸੋ ਇਹਦੇ ਵਿੱਚ ਮੁੰਡੇ ਵਾਲੇ ਕੀ ਭਾਲਦੇ ਹੁੰਦੇ ਨੇ ਕਿ ਸਾਡੇ ਮੁੰਡੇ ਕੋਲ ਆਇਲਸ ਨਹੀਂ ਹੋਇਆ, ਆਇਲਸ ਨਹੀਂ ਕਲੀਅਰ ਕਰ ਪਾਇਆ, ਇਸ ਕਰਕੇ ਸਾਨੂੰ ਕੋਈ ਕੁੜੀ ਮਿਲ ਜੇ ਜਿਹਦੇ ਬੈਂਡ ਆਏ ਹੁਣ, ਅਸੀਂ ਉੱਤੇ ਖਰਚਾ ਕਰ ਦਿਆਂਗੇ, ਉਹ ਬਾਹਰ ਚਲੀ ਜਾਏਗੀ ਔਰ ਬਾਹਰ ਸਾਡੇ ਮੁੰਡੇ ਨੂੰ ਲੈ ਜਾਏਗੀ। ਹਾਂ, ਮਤਲਬ ਇਹ ਕੀ ਪ੍ਰੋਸੈਸ ਆ ਗਿਆ, ਬਾਹਰ ਜਾਂਦਾ ਐਡਾ ਵੱਡਾ ਲਾਲਚ ਆ ਗਿਆ ਕਿ ਉਹ ਮੁੰਡੇ ਕੁੜੀ ਦਾ ਰਿਸ਼ਤਾ ਜੋੜ ਦਿੰਦੇ ਨੇ, ਇੱਕ ਸੌਦੇਬਾਜ਼ੀ ਵਾਂਗੂ ਕਰ ਲੈਂਦੇ ਨੇ। ਸੌਦਾ ਬਣ ਗਿਆ, ਤਾਂ ਸੌਦਾ ਜਿਹਾ ਬਣ ਗਿਆ ਨਾ। ਇੱਕ ਸੁਣਨ 'ਚ ਸੌਦਾ ਜਿਹਾ ਲੱਗਦਾ ਵੀ ਹਾਂ ਵੀ ਉਹ ਬਾਹਰ ਲੈ ਜੂਗੀ, ਉਹ ਐਂ ਕਰ ਲੂਗੀ। ਦੇਖ ਸੁਣਨ 'ਚ ਕਿੰਨਾ ਕੱਚਾ ਜਿਹਾ ਲੱਗਦਾ, ਪਤਾ ਨਹੀਂ ਸਾਡੇ ਪੰਜਾਬੀ ਲੋਕਾਂ ਨੂੰ ਕਿਉਂ ਨਹੀਂ ਲੱਗਦਾ ਇਹ। ਹੁਣ ਹਰਿਆਣੇ 'ਚ ਵੀ ਆ ਗਿਆ, ਪਰ ਇਹ ਬੜੇ ਸੈਲੀਬ੍ਰੇਟ ਕਰਕੇ ਗੱਲ ਕਹਿੰਦੇ ਆ ਵੀ ਕੁੜੀ ਬਾਹਰ ਲੈ ਜੂਗੀ। ਅੱਛਾ, ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਵੱਡੀ ਪ੍ਰੋਬਲਮ ਇਹ ਆਉਂਦੀ ਹੈ ਵੀ ਜਦੋਂ ਸਭ ਤੋਂ ਵੱਡੀ ਪ੍ਰੋਬਲਮ ਇਸ ਮਾਮਲੇ 'ਚ ਕੀ ਹੈ ਕਿ ਇਹਨਾਂ ਦੋਨਾਂ ਮੁੰਡੇ ਤੇ ਕੁੜੀ ਦੀ, ਬੱਚੇ ਤੇ ਬੱਚੀ ਦੀ ਉਮਰ ਜਿਹੜੀ ਹੁੰਦੀ ਹੈ ਉਹ ਕੀ ਹੁੰਦੀ ਹੈ? 12ਵੀਂ ਕਲਾਸ ਨੂੰ ਪਾਸ ਕੀਤਿਆਂ ਵਾਲੀ ਉਮਰ ਹੁੰਦੀ ਹੈ। 12ਵੀਂ ਕਲਾਸ ਆਪਾਂ ਯੂਜੂਅਲੀ ਕਦੋਂ ਪਾਸ ਕਰ ਲੈਂਦੇ ਆ? 18 ਸਾਲ 19 ਸਾਲ, ਇੰਨੀ ਉਮਰ ਹੁੰਦੀ ਹੈ। 18 19 ਸਾਲ ਦੇ ਵਿੱਚ ਇਹ ਮੁੰਡੇ ਕੁੜੀ ਦਾ ਵਿਆਹ ਕਰ ਦਿੰਦੇ ਨੇ। ਇਹ ਵਾਹਿਯਾਤ ਗੱਲ ਹੈ। ਦੱਸੋ, ਜਿਹੜੇ ਬੱਚੇ ਉਹਨਾਂ ਨੂੰ ਹਲੇ ਦੁਨੀਆਦਾਰੀ ਸ਼ੁਰੂ ਹੋਈ ਹੁੰਦੀ ਉਹਨਾਂ ਦੀ, ਇਹ ਤੋਂ ਪਹਿਲਾਂ ਤਾਂ ਸਕੂਲ ਲਾਈਫ ਦੇ ਵਿੱਚ ਇੱਕ ਦੂਜੇ ਨੂੰ ਸ਼ਿਕਾਇਤਾਂ ਲਾਉਣ ਵਾਲੇ, ਮੈਡਮ ਇਹਨੇ ਆਹ ਕਰਤਾ, ਮੈਡਮ ਇਹਨੇ ਆਹ ਕਰਤਾ, ਇਹਨੇ ਮੇਰੇ ਤੇਰੀ ਸ਼ਾਹੀ ਫੈਂਕਤੀ, ਐ ਕਰਤਾ, ਸ਼ਾਹੀ ਸੁੱਟਤੀ, ਇਹੋ ਜਿਹਾ ਕੁਛ ਹੀ ਕਰ ਦਿੰਦੇ। ਉਸ ਤੋਂ ਬਾਅਦ ਉਹਨਾਂ ਨੇ ਹਜੇ ਆਪਦੀ ਲਾਈਫ ਸ਼ੁਰੂ ਕਰਨੀ ਹੁੰਦੀ ਹੈ। ਉਹਨਾਂ ਨੂੰ ਜਦੋਂ ਜਿਨ੍ਹਾਂ ਨੂੰ ਆਇਲਸ ਕਰਕੇ ਵਿਆਹ ਰੱਖ ਦਿੰਦੇ ਨੇ ਨਾ, ਜਿਨ੍ਹਾਂ ਦਾ, ਉਹਨੂੰ ਜੇ ਤੁਸੀਂ ਆਵਾਜ਼ ਮਾਰ ਕੇ ਪੁੱਛੋ ਨਾ ਵੀ ਤੁਹਾਡਾ ਕਰੀਅਰ 'ਚ ਕੀ ਅੱਗੇ ਪਲਾਨ ਹੈ, ਤੁਹਾਨੂੰ ਕਰੀਅਰ ਬਾਰੇ ਵੀ ਜਾਣਕਾਰੀ ਨਹੀਂ ਹੁੰਦੀ। ਬਿਲਕੁਲ, ਜਿਨ੍ਹਾਂ ਨੂੰ ਆਪਦੇ ਕਰੀਅਰ ਬਾਰੇ ਜਾਣਕਾਰੀ ਨਹੀਂ, ਉਹਨਾਂ ਨੂੰ ਤੁਸੀਂ ਵਿਆਹ ਦੇ ਰਹੇ ਹੋ
ਔਰ ਵਿਆਹ ਐਡੀ ਵੱਡੀ ਜ਼ਿੰਮੇਵਾਰੀ ਹੁੰਦਾ ਨਾ ਮਨਪ੍ਰੀਤ, ਮੈਂ ਤਾਂ ਤਾਜ਼ਾ ਕਰਵਾਇਆ, ਮੈਨੂੰ ਪਤਾ ਹੈ ਵਿਆਹ ਐਡੀ ਵੱਡੀ ਜ਼ਿੰਮੇਵਾਰੀ ਹੁੰਦਾ ਜਿਹਦੇ ਵਿੱਚ ਬਹੁਤ ਕੁਝ ਕੰਪਰੋਮਾਈਜ਼ ਕਰਨਾ ਪੈਂਦਾ ਮੁੰਡੇ ਨੂੰ, ਆਪਦੀ ਮਾਂ ਨਾਲ, ਵਾਈਫ ਨਾਲ, ਜ਼ਿੰਮੇਵਾਰੀਆਂ ਇੱਧਰ ਉੱਧਰ, ਆਪਸ ਦੀ ਅੰਡਰਸਟੈਂਡਿੰਗ। ਪਹਿਲਾਂ ਤੁਸੀਂ ਜਮਾ ਵਿਹਲਾ ਮਾਣਾ ਤੁਹਾਡਾ, ਪਹਿਲਾਂ ਤੁਸੀਂ ਗਰਲਫ੍ਰੈਂਡ ਬॉयਫ੍ਰੈਂਡ ਵਾਲੇ ਚੱਕਰਾਂ 'ਚ ਉਹਨਾਂ ਦੇ ਵਿੱਚ ਉਹ ਆਪਦੇ ਘਰੇ, ਤੁਸੀਂ ਆਪਦੇ ਘਰੇ 100 ਚੀਜ਼ਾਂ ਸੋਲਵ ਆਊਟ ਹੋ ਜਾਂਦੀਆਂ ਨੇ। ਪਰ ਵਿਆਹ ਬਹੁਤ ਵੱਡੀ ਗੱਲ ਹੁੰਦੀ ਹੈ, ਉਹਦੇ 'ਚ ਇੱਜ਼ਤ ਮਾਮਲੇ ਪੰਜਾਬ 'ਚ ਤਾਂ ਖਾਸ ਕਰਕੇ ਭਾਰਤ ਦੇ ਕਲਚਰ ਨੂੰ ਦੇਖੀਏ ਤਾਂ ਬੜਾ ਕੁਛ ਇੱਜ਼ਤ ਦੇ ਬਹੁਤ ਵੱਡੇ ਕਿੱਸੇ ਆ ਜਾਂਦੇ ਨੇ ਵੀ ਐ ਨਹੀਂ ਵੀ ਤੁਸੀਂ ਵਿਆਹ 'ਚ ਕਰਾ ਲਿਆ ਤੇ ਕੱਲ ਨੂੰ ਤੁਸੀਂ ਮਨਾ ਕਰ ਦੋਗੇ, ਕਿਹੜਾ ਤੁਸੀਂ ਯੂਰਪ 'ਚ ਰਹਿ ਰਹੇ ਹੋ। ਸੋ ਇਹੋ ਜਿਹੀਆਂ ਚੀਜ਼ਾਂ ਨੂੰ ਸੋਚੇ ਬਗੈਰ ਸਿਰਫ ਇੱਕੋ ਚੀਜ਼ ਸੋਚੀ ਜਾਂਦੀ ਹੈ ਕਿ ਸਾਡਾ ਮੁੰਡਾ ਬਾਹਰ ਚਲਾ ਜਾਊਗਾ, ਸਾਡੀ ਕੁੜੀ ਤੇ ਖਰਚਾ ਨਹੀਂ ਕਰਨਾ ਪੈਣਾ, ਇਹ ਬਾਹਰ ਚਲੀ ਜਾਊਗੀ ਤੇ ਮੁੰਡੇ ਨੂੰ ਲੈ ਜਾਊਗੀ, ਇਹ ਸਭ ਕੁਝ ਚੱਲਦਾ। ਠੀਕ ਆ, ਇਹ ਐਡੀ ਵੱਡੀ ਸਮੱਸਿਆ ਤੇ ਆਪਾਂ ਅੱਗੇ ਵੀ ਗੱਲ ਕਰਾਂਗੇ। ਔਰ ਦੂਜੀ ਸਮੱਸਿਆ ਇਹ ਛੋਟੀ ਉਮਰ ਦੇ ਵਿੱਚ ਵਿਆਹ ਕਰ ਦੇਣਾ। ਦੂਜੀ ਸਮੱਸਿਆ ਇਹ ਆਉਂਦੀ ਹੈ ਕਿ ਜ਼ਿਆਦਾਤਰ ਬੱਚੇ ਆਪਣੇ ਕੈਨੇਡਾ ਜਾਂਦੇ ਨੇ। ਕੈਨੇਡਾ ਦਾ ਰੂਲ ਇਹ ਹੈ ਕਿ ਕੁੜੀ ਨੇ ਜੇ ਆਇਲਸ ਕੀਤਾ, ਕੁੜੀ ਪਹਿਲਾਂ ਜਾਏਗੀ ਤੇ ਮੁੰਡਾ ਬਾਅਦ ਜਾਏਗਾ। ਕੁੜੀ ਦੀ ਫੀਸਾਂ ਫੂਸਾਂ ਭਰ ਕੇ ਸਾਰਾ ਕੁਝ ਕਰਕੇ 20-25 ਲੱਖ ਰੁਪਏ ਲੱਗ ਜਾਂਦਾ। ਕੁੜੀ ਨੂੰ ਪਹਿਲਾਂ ਜਾਣਾ ਪੈਂਦਾ, ਕੁੜੀ ਪਹਿਲਾਂ ਚਲੀ ਗਈ ਤਾਂ ਮੁੰਡੇ ਦੇ ਕਈ ਵਾਰੀ 6 ਸਾਲ ਤੋਂ ਘੱਟ ਦਾ ਪ੍ਰੋਸੈਸ ਲੱਗਦਾ ਹੀ ਨਹੀਂ, ਮਸਾਂ ਹੀ ਕੋਈ ਕਿਸਮਤ ਵਾਲੇ ਦਾ ਸਾਲ ਤੋਂ ਘੱਟ ਲੱਗਦਾ, ਨਹੀਂ ਤਾਂ ਸਾਲ ਤੋਂ ਵੱਧ 2 ਸਾਲ 3 ਸਾਲ 4 ਤੇ ਕਈ ਵਾਰੀ 5 ਵੀ ਲੱਗ ਜਾਂਦੇ ਨੇ। ਹੁਣ ਦੇਖੋ 12ਵੀਂ ਕਲਾਸ ਤੋਂ ਬਾਅਦ ਐਡੀ ਛੋਟੀ ਉਮਰ ਦੀ ਕੁੜੀ ਦਾ ਤੁਸੀਂ ਵਿਆਹ ਕੀਤਾ, ਉਹ 5 ਸਾਲ ਬਾਹਰ ਬੈਠੀ ਹੈ। ਜਿਹੜਾ ਇੱਧਰ ਮੁੰਡਾ ਜਿਹਦਾ ਜਦੋਂ ਰਿਸ਼ਤਾ ਹੋਇਆ ਸੀ ਮਨਪ੍ਰੀਤ, ਉਦੋਂ ਉਹਨੂੰ ਸਾਰੇ ਲੋਕ ਕਹਿੰਦੇ ਸੀ ਵੀ ਵਾਹ ਵਾਹ ਕੀ ਬਾਤ ਹੈ ਯਾਰ, ਆਇਲਸ ਵਾਲੀ ਕੁੜੀ ਨਾਲ ਰਿਸ਼ਤਾ ਹੋ ਗਿਆ, ਆਇਲਸ ਵਾਲੀ ਕੁੜੀ ਨਾਲ ਰਿਸ਼ਤਾ ਹੋ ਗਿਆ। ਸਾਰੇ ਉਹਨੂੰ ਸ਼ਾਬਾਸ਼ ਦਿੰਦੇ ਸੀ, ਸਾਰੇ ਉਹਨੂੰ ਪਾਰਟੀ ਦੇ ਬੜਾ ਖੁਸ਼ ਹੋ ਕੇ ਹੁੱਬ ਕੇ ਬਾਹਰ ਨਿਕਲਦਾ ਸੀ। ਤੇ ਜਦੋਂ ਉਹ ਸ਼ੁਰੂ ਹੋ ਜਾਂਦਾ ਟਾਈਮ, ਸਾਲ ਪੈਣ 1 ਸਾਲ ਹੋ ਗਿਆ, 2 ਸਾਲ ਪੈ ਗਏ, 3 ਸਾਲ ਪੈ ਗਏ, ਤਾਂ ਉਹਦੇ ਚ ਉਹ ਜਿਹੜਾ ਗੈਪ ਉਹ ਬਾਹਰ ਨਹੀਂ ਜਾ ਪਾਉਂਦਾ। ਤਾਂ ਇੱਧਰਲੇ ਜਿਹੜੇ ਲੋਕ ਨੇ ਫਿਰ ਉਸੇ ਮੁੰਡੇ ਨੂੰ ਜਦੋਂ ਬਾਹਰ ਨਿਕਲਦਾ, ਕਿਵੇਂ ਹੋਏ ਮੁੱਕਰ ਗਈ, ਕਿਵੇਂ ਨੇ ਮਤਲਬ ਸੱਦ ਨਹੀਂ ਰਹੀ, ਕੀ ਗੱਲ ਪੂਰਾ ਪੱਟ ਲਿਆ, ਇਹੋ ਜਿਹੀਆਂ ਗੱਲਾਂ ਜਿਹਦੇ ਕਰਕੇ ਉਹ ਬੰਦਾ ਉਹ ਡਿਪਰੈਸ਼ਨ ਚਲੇ ਜਾਂਦਾ। ਸੋ ਇਹ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ, ਇਹ ਸਾਰੀਆਂ ਪ੍ਰੋਬਲਮਸ ਵੱਧਦੀਆਂ ਨੇ, ਬਹੁਤ ਜ਼ਿਆਦਾ ਅੱਗੇ ਚੀਜ਼ਾਂ ਵੱਧਦੀਆਂ। ਤੀਸਰੀ ਗੱਲ, ਇਹ ਵੈਸੇ ਹੀ ਕਿੱਡਾ ਵੱਡਾ ਕਲੰਕ ਵਾਲੀ ਗੱਲ ਹੈ ਕਿ ਤੁਸੀਂ 2 ਜਣਿਆਂ ਨੂੰ ਇੱਕ ਇਹੋ ਜਿਹੇ ਰਿਸ਼ਤੇ 'ਚ ਬੰਨ ਰਹੇ ਹੋ ਛੋਟੀ ਜਿਹੀ ਉਮਰ ਦੇ ਵਿੱਚ, ਜਿਹਦਾ ਕਿ ਉਹਨਾਂ ਦਾ ਫਿਊਚਰ ਨਹੀਂ ਹੈਗਾ, ਉਹਨਾਂ ਨੇ ਕੋਈ ਸਟੱਡੀ ਨਹੀਂ ਕੀਤੀ। ਜਿਵੇਂ +2 ਵਾਲੀ ਕੁੜੀ ਜਿਹਨੇ ਆਪਦੇ ਉਹਦੇ ਵਿੱਚੋਂ +2 ਦੇ ਵਿੱਚ ਨੌਨ ਮੈਡੀਕਲ ਵੀ ਰੱਖਿਆ ਹੁੰਦਾ, ਉਹਦੇ ਵਿੱਚੋਂ ਮੈਡੀਕਲ ਰੱਖਿਆ ਹੁੰਦਾ, ਡਾਕਟਰੀ ਦੀ ਪੜ੍ਹਾਈ ਕਰਨੀ ਹੁੰਦੀ, ਇੰਜੀਨੀਅਰਿੰਗ ਦੀ ਪੜ੍ਹਾਈ ਕਰਨੀ ਹੁੰਦੀ, ਜੋ ਟੌਪ ਕਰਦੀ ਹੈ 90 95 98% ਮਾਰਕਸ ਲੈਂਦੀ ਹੈ, ਤੇ ਉਹਦੇ ਬਾਅਦ ਆਇਲਸ ਕਰਕੇ ਬਾਹਰ ਚਲੀ ਜਾਂਦੀ ਹੈ। ਔਰ ਬਾਹਰ ਕਰਕੇ ਜਾ ਕੇ ਉਹਨੂੰ ਕੀ ਕਰਨਾ ਪੈਂਦਾ, ਲੇਬਰ। ਉਹ ਤਾਂ ਜਾ ਕੇ ਉਹ ਬਹੁਤ ਹਾਈ ਸਟੱਡੀ ਕਰ ਲੇਗੀ। ਸਾਡੇ ਮਾਪੇ ਨੇ ਤਾਂ ਮਤਲਬ ਕਿ ਕੈਪੇਬਲ ਹੈ ਨਹੀਂ ਗੇ ਵੀ ਉਹਨਾਂ ਦੀ ਬਾਹਰ ਜਾ ਕੇ ਵੱਡੀਆਂ ਯੂਨੀਵਰਸਿਟੀ ਪੜ੍ਹਾਈ ਕਰ ਦੇਣਗੇ। ਸੋ ਜਿਹੜਾ ਉਹਦਾ ਡਾਕਟਰ ਬਣਨ ਦਾ ਸੁਪਨਾ ਸੀ, ਇੰਜੀਨੀਅਰ ਬਣਨ ਦਾ ਸੁਪਨਾ ਸੀ, ਉਹ ਸਾਰੇ ਖਤਮ ਹੋ ਜਾਂਦੇ ਨੇ। ਇਹ ਮੈਂ ਤੁਹਾਨੂੰ ਉੱਪਰ ਦੀਆਂ ਗੱਲਾਂ ਦੱਸਦੀ, ਇਸ ਤੋਂ ਬਾਅਦ ਡਿਟੇਲ ਤੁਸੀਂ ਸਵਾਲ ਕਰਦੇ ਮੈਂ ਦੱਸ। ਬਿਲਕੁਲ। ਇੱਕ ਚੀਜ਼ ਮੈਂ ਇਹਦੇ ਚ ਐਡ, ਆਈਲੈਟਸ ਇੰਨੀ ਜ਼ਰੂਰੀ ਹੋ ਗਈ ਹੈ। ਮਤਲਬ ਅੱਜ ਮੈਂ ਨਾ ਇੱਕ, ਜਿਵੇਂ ਆਪਾਂ ਐਪਸ 'ਤੇ ਗਾਣੇ ਸੁਣਦੇ ਹਾਂ, ਉਹਦੇ ਵਿੱਚ ਇੱਕ ਐਡ ਚੱਲਦੀ ਵੀ, ਉਹਦੇ ਵਿੱਚ ਕੁੜੀ ਕਹਿੰਦੀ ਵੀ ਮੈਨੂੰ ਬਹੁਤ ਵਧੀਆ ਇੰਗਲਿਸ਼ ਆਉਂਦੀ ਹੈ, ਉਹਦੇ ਨਾਲ ਦੀ ਕਹਿੰਦੀ ਵੀ ਤੈਨੂੰ ਇੰਗਲਿਸ਼ ਆਉਂਦੀ ਹੈ ਨਾ, ਤੂੰ ਇੱਥੇ ਕੋਈ ਇੰਗਲਿਸ਼ ਦਾ ਵਧੀਆ ਟੈਸਟ ਦੇ ਦੇ ਜਿੱਥੇ ਤੂੰ ਵੱਡੀ ਅਫਸਰ ਬਣ ਜਾਏਗੀ। ਕਹਿੰਦੀ ਲੈ, ਉਹ ਕੋਈ ਇਹੋ ਜਿਹੇ ਟੈਸਟ ਟੂਸਟ ਤਾਂ ਬਹੁਤ ਛੋਟੇ ਨੇ, ਸਭ ਤੋਂ ਵੱਡਾ ਟੈਸਟ ਹੈ ਆਈਲੈਟਸ ਦਾ, ਤੇ ਉਹਦੇ ਨਾਲ ਮੇਰੀ ਜ਼ਿੰਦਗੀ ਸਿਕਿਉਰ ਹੋ ਜਾਊਗੀ। ਮਤਲਬ ਉਹ ਸਾਡੇ ਮਨਾਂ 'ਚ ਹੀ ਪਾਇਆ ਜਾ ਰਿਹਾ ਹੈ। ਦੇਖੋ ਤੁਸੀਂ ਆਇਲਸ ਇੱਕ ਜਿਵੇਂ ਮੰਨ ਲਓ ਤੁਸੀਂ ਪੰਜਾਬੀ ਸਿੱਖੀ ਸੀ, ਜਿਵੇਂ ਮੰਨ ਲਓ ਇੱਕ ਬਾਹਰਲਾ ਪ੍ਰਵਾਸੀ ਭਈਆ ਆਪਣੇ ਪੰਜਾਬ 'ਚ ਆ ਜੇ ਤੇ ਉਹ ਆਪਣੇ ਨਾਲ ਪੰਜਾਬੀ ਬੋਲਣ ਲੱਗ ਜਾਂਦਾ। ਜੇ ਪੰਜਾਬੀ ਬੋਲਣ ਲੱਗ ਜਾ, ਆਪਾਂ ਨੂੰ ਇੰਨਾ ਸੈਲੀਬ੍ਰੇਟ ਕਰਦੇ ਆ, ਮੈਨੂੰ ਪੰਜਾਬੀ ਆਉਣ ਲੱਗ ਗਈ ਜੀ, ਬਹੁਤ ਵਧੀਆ ਜ਼ਬਰਦਸਤ ਕਰਦੇ ਆ ਆਪਾਂ ਇੰਨਾ ਸੈਲੀਬ੍ਰੇਟ। ਉਹ ਤਾਂ ਮਤਲਬ ਉਹਨੇ ਇੱਕ ਹੋਰ ਭਾਸ਼ਾ ਸਿੱਖੀ, ਤੇ ਇਦਾਂ ਹੀ ਅਸੀਂ ਇੱਕ ਇੰਗਲਿਸ਼ ਭਾਸ਼ਾ ਸਿੱਖਦੇ ਹਾਂ। ਇਹਦੇ ਨਾਲ ਇਹਦਾ ਮਤਲਬ ਇਹ ਥੋੜੀ ਹੈ ਵੀ ਉਹ ਭਈਆ ਜੇ ਪੰਜਾਬੀ ਸਿੱਖ ਗਿਆ ਤਾਂ ਉਹ IAS ਲੈਵਲ ਦਾ ਹੋ ਗਿਆ। ਇਹਦਾ ਮਤਲਬ ਜੇ ਅਸੀਂ ਇੰਗਲਿਸ਼ ਸਿੱਖ ਗਏ ਤਾਂ ਅਸੀਂ IAS ਲੈਵਲ ਦੇ ਹੋ ਗਏ, ਜਾਂ ਅਸੀਂ ਬਹੁਤ ਤਕੜੇ ਐਜੂਕੇਟਡ ਹੋ ਗਏ। ਜਿਹੜੀ ਆਇਲਸ ਹੈ, ਮੈਂ ਦਰਸ਼ਕਾਂ ਨੂੰ ਸਪੈਸ਼ਲ ਦੱਸ ਦਿਆਂ, ਆਇਲਸ ਇੱਕ ਤੁਹਾਡਾ ਇੰਟੈਲੀਜੈਂਟ ਹੋਣ ਦਾ ਮਾਪਦੰਡ ਨਹੀਂ ਤੈਅ ਕਰਦੀ, ਪੈਰਾਮੀਟਰ ਤੈਅ ਨਹੀਂ ਕਰਦੀ ਵੀ ਤੁਸੀਂ ਇੰਟੈਲੀਜੈਂਟ ਹੋ ਜੇ ਤੁਹਾਡੇ ਆਇਲਸ ਤੋਂ ਜ਼ਿਆਦਾ ਬੈਂਡਸ ਆਏ ਨੇ। ਆਇਲਸ ਤਾਂ ਇੱਕ ਜਸਟ ਤੁਸੀਂ ਇੱਕ ਹੋਰ ਭਾਸ਼ਾ ਸਿੱਖ ਲਈ। ਕੈਨੇਡਾ ਨੇ ਇਸ ਕਰਕੇ ਕੀਤਾ ਹੋਇਆ ਕਿ ਜਦੋਂ ਬੱਚੇ ਇੱਧਰ ਬਾਹਰ ਪੜ੍ਹਨ ਆਉਣਗੇ, ਸਾਨੂੰ ਪੈਸਾ ਤਾਂ ਬਣਨਾ ਹੀ ਬਣਨਾ, ਉਹਨਾਂ ਦਾ ਪੈਸੇ ਦਾ ਸਾਧਨ ਬਣਾਇਆ ਵੀ ਸਾਨੂੰ ਪੈਸਾ ਬਣੂਗਾ, ਇੱਧਰ ਕਾਲਜਾਂ ਨੂੰ ਪੈਸਾ ਬਣੂਗਾ, ਇੱਧਰ ਸਾਡੇ ਕੋਲ ਹੀ ਸਾਰਾ ਕੁਝ ਰਹਿ ਜਾਣਾ। ਇੰਡੀਆ ਤੋਂ 25-30 ਲੱਖ ਰੁਪਏ ਇੱਕ ਬੱਚੇ ਦੇ ਨਾਲ ਸਾਡੇ ਕੋਲੇ ਆਉਂਦਾ ਹੈ, ਉਸ ਤੋਂ ਬਾਅਦ ਵੀ ਫੀਸਾਂ ਭਰਦੇ ਨੇ। ਇੱਕ ਬੱਚੇ ਦੇ ਨਾਲ ਤਕਰੀਬਨ 40-45 ਲੱਖ ਰੁਪਏ ਆਉਂਦਾ। ਕੈਨੇਡਾ ਨੂੰ ਹੋਰ ਕੀ ਚਾਹੀਦਾ, ਬਸ ਉਹਨੂੰ ਇਹ ਵੀ ਇੱਧਰ ਆ ਕੇ ਸਾਡੇ ਤੇ ਬੋਝ ਨਾ ਬਣਨਾ, ਇਸ ਕਰਕੇ ਵੀ ਇਹਨੂੰ ਆਪਸ ਕਨਵਰਸੇਸ਼ਨ ਕਰਨੀ ਆਉਣੀ ਚਾਹੀਦੀ। ਇਸ ਕਰਕੇ ਇਹਨਾਂ ਦਾ ਇੱਕ ਟੈਸਟ ਲੈ ਲਓ ਵੀ ਉਹਨੂੰ ਇੰਗਲਿਸ਼ ਆਉਣੀ ਚਾਹੀਦੀ ਹੈ। ਉਹ ਇੰਗਲਿਸ਼ ਜਿਹਦੇ ਬੈਂਡ ਆਉਂਦੇ ਉਹਨੂੰ ਸਾਡੇ ਚੋਂ ਬਹੁਤ ਇੰਟੈਲੀਜੈਂਟ ਬਣਿਆ ਜਾਂਦਾ। ਪਿੰਡਾਂ 'ਚ ਦੇਖਿਓ ਤੁਸੀਂ, ਜਿਹਦੇ 7 ਬੈਂਡ ਆ ਜਾਣ ਉਹ ਤੁਰਦਾ ਵੀ ਹੁੱਬ ਕੇ, ਤੇ ਉਹਨੂੰ ਲੋਕ ਵੀ ਬੜਾ ਸੈਲੀਬ੍ਰੇਟ ਕਰਦੇ। ਲੋਕ ਕਹਿਣਗੇ ਉਹ ਵਾਹ ਵਾਹ ਕੀ ਬਾਤ ਹੈ, ਬੰਦੇ ਮੁੰਡੇ ਨੇ 7 ਬੈਂਡ ਲੈ ਲਏ, 8 ਬੈਂਡ ਲੈ ਲਏ। ਹਾਲਾਂਕਿ ਜਿਹੜਾ ਬੰਦਾ ਇੰਜੀਨੀਅਰ ਬਣਿਆ ਹੋਵੇ ਜਾਂ ਜਿਹੜਾ ਡਾਕਟਰ ਬਣ ਜਾਵੇ, ਉਹਨੂੰ ਨਹੀਂ ਇੰਨਾ ਕੋਈ ਮੰਨਿਆ ਜਾਂਦਾ। ਤੇ ਆਇਲਸ ਨੂੰ ਦੇਖੋ ਕਿੱਡੀ ਮਾੜੀ ਸਾਡੇ ਲੋਕਾਂ ਦੇ ਉੱਤੇ ਇਹੋ ਜਿਹੀ ਚੀਜ਼ਾਂ ਥੋਪਤੀਆਂ, ਭੋਲੇ ਲੋਕਾਂ ਦੇ ਉੱਤੇ, ਵੀ ਉਹਨਾਂ ਨੂੰ ਆਇਲਸ ਵਾਲੇ ਬੈਂਡਸ ਵਾਲੇ ਲੋਕ ਹੀ ਬਹੁਤ ਤਕੜੇ ਲੱਗਣ ਲੱਗ ਗਏ। 2014 ਦੇ ਵਿੱਚ ਮੈਂ 3 ਕਲਾਸਾਂ ਲਾਈਆਂ ਸੀ
ਕਿਉਂਕਿ ਮੈਂ ਇੰਗਲਿਸ਼ ਸੀਬੀਐਸਈ ਚ ਪੜ੍ਹਦਾ ਸੀ। 3 ਕਲਾਸਾਂ ਲਾ ਕੇ ਮੈਂ ਬੈਂਡ ਸਕੋਰ ਕਰ ਗਿਆ, 7.5 ਬੈਂਡ ਤੋਂ ਮੈਨੂੰ ਯਾਦ ਨਹੀਂ, 7.5 ਸੀ ਸ਼ਾਇਦ। ਤੇ ਜਦੋਂ ਮੈਂ ਵਾਪਸ ਆਇਆ ਨਾ ਤਾਂ ਮੇਰੇ ਨਾਲ ਬਹੁਤ ਜ਼ਿਆਦਾ ਲੋਕਾਂ ਦਾ ਇਹ ਸੀ ਮਤਲਬ ਵੀ ਨੇੜੇ ਹੋ ਕੇ, ਔਰ ਬੜਾ ਰਿਸ਼ਤੇਦਾਰਾਂ ਦਾ ਘਰਦਿਆਂ ਦਾ ਬੜਾ ਮਤਲਬ ਇਹ ਸੀ ਵੀ ਕਮਾਲ ਹੀ ਕਰਤੀ। ਅੱਛਾ ਬੈਂਡ ਲੈ ਲਏ ਸੀ ਤੁਸੀਂ? ਹਾਂ ਮੈਂ ਲੈ ਲਏ ਸੀ। ਬਾਹਰ ਕਿਉਂ ਨਹੀਂ ਗਏ? ਕਮਾਲ ਦੇਖੋ, ਇਹ ਹੁਣ ਦੇਖੋ ਆਪਾਂ ਇਹ ਗੱਲ ਕਰਦੇ ਹਾਂ 12ਵੀਂ ਤੋਂ ਬਾਅਦ ਮੈਂ ਵੀ ਬੈਂਡ ਲੈ ਲਏ। ਹੁਣ ਜੇ ਉਹ ਗਲਤੀ ਕੀਤੀ ਹੈ ਤੇ ਇੱਥੇ ਬੈਠ ਕੇ ਮੈਂ ਦੱਸ ਰਿਹਾ ਵੀ ਹਾਂ ਉਹ ਗਲਤੀਆਂ ਹੁੰਦੀਆਂ ਨੇ। ਬੈਂਡ ਲੈ ਲਏ ਔਰ ਉਸ ਤੋਂ ਬਾਅਦ ਮੈਂ ਚੀਜ਼ ਤੇ ਸੋਚਿਆ ਸਾਰਾ ਕੁਝ ਵੀ ਆਈਲੈਟਸ ਨੂੰ ਕਿੰਨਾ ਲੋਕ ਇਹ ਸਾਰੇ ਮੈਨੂੰ ਧੰਨਵਾਦ ਉਹ ਕਰ ਰਹੇ ਵੀ ਮਤਲਬ ਮੇਰੀ ਤਾਰੀਫ ਕਰ ਰਹੇ ਵੀ ਬੈਂਡ ਆ ਗਏ, ਇਹਦੇ 7.5 ਬੈਂਡ ਆ ਗਏ। ਔਰ ਮੈਂ ਕਾਲਜਾਂ ਸਭ ਤੋਂ ਪਤਾ ਕੀਤਾ ਤਾਂ ਮੈਨੂੰ ਲੱਗਿਆ ਜਿਹੜਾ ਮੇਰਾ ਸੁਪਨਾ ਹੈ, ਮੈਂ ਪਬਲਿਕ ਸਪੀਕਰ ਸੀ ਸਕੂਲ 'ਚ ਬੋਲਣ ਦੇ ਵਾਸਤੇ, ਸਕੂਲ ਦੇ ਵਿੱਚ ਸਕੂਲ ਟਾਈਮ ਦੇ ਵਿੱਚ ਬੋਲਣ ਦਾ ਬੜਾ ਸ਼ੌਂਕ ਸੀ। ਮੇਰਾ ਸੁਪਨਾ ਤਾਂ ਜਾਂ ਪਬਲਿਕ ਸਪੀਕਰ ਬਣਨ ਦਾ ਜਾਂ ਮੀਡੀਆ ਲਾਈਨ 'ਚ ਜਾਣ ਦਾ। ਬਾਹਰ ਜਾ ਕੇ ਤਾਂ ਮੈਂ ਲੇਬਰ ਕਰਦਾ ਰਹਿ ਜਾਊਂਗਾ ਤੇ ਇਹ ਪੇਪਰ ਤੋਂ ਕੋਈ ਏਡੀ ਵੱਡੀ ਗੱਲ ਹੀ ਨਹੀਂ। ਮੈਂ ਤਾਂ ਇੰਗਲਿਸ਼ ਭਾਸ਼ਾ ਸਿੱਖੀ ਹੈ ਤਾਂ ਮੇਰੇ ਸਾਰੇ ਘਰਦਿਆਂ ਨੇ ਬੜਾ ਜ਼ੋਰ ਲਾਇਆ ਵੀ ਸਾਰੀ ਦੁਨੀਆ ਜਾ ਰਹੀ, ਪਰ ਮੈਂ ਗਿਆ ਨਹੀਂ ਬਾਹਰ। ਤੇ ਹਾਲਾਂਕਿ ਮੈਂ ਖੁਸ਼ ਹਾਂ ਹਾਲੇ ਤੱਕ ਇੱਥੇ ਰਹਿ ਕੇ। ਜੇ ਪੰਜਾਬ ਦੇ ਹਾਲਾਤ ਆ, ਲੋਕ ਆਪਾਂ ਇਹ ਗੱਲ ਤੋਂ ਨਹੀਂ ਕਰ ਰਹੇ ਲੋਕ ਬਾਹਰ ਕਾਹਤੋਂ ਜਾ ਰਹੇ ਆ। ਆਪਣਾ ਮਕਸਦ ਇਹ ਹੈ ਕਿ ਲੋਕ ਕਿਸ ਤਰੀਕੇ ਨਾਲ ਬਾਹਰ ਜਾ ਰਹੇ ਆ, ਆਪਣੇ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਦਾ ਸ਼ੋਸ਼ਣ ਕਰ ਰਹੇ ਨੇ ਕਿੰਨੀ ਛੋਟੀ ਉਮਰ ਦੇ ਵਿੱਚ ਨਾ। ਸੋ ਉਸ ਟਾਈਮ ਤੇ ਮੈਂ ਬਾਹਰ ਨਹੀਂ ਗਿਆ ਕਿਉਂਕਿ ਮੈਨੂੰ ਲੱਗਿਆ ਕਿ ਨਹੀਂ ਯਾਰ ਵੀ ਇਹ ਸੁਪਨੇ ਤੋੜਨ ਵਾਲੀ ਗੱਲ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਦੇਖੋ ਮੇਰੇ ਨਾਲ ਜਿਹੜੀਆਂ +2 ਦੇ ਵਿੱਚ ਕੰਪੀਟੀਟਰ ਕੁੜੀਆਂ ਸੀ ਨਾ, ਜਿਨ੍ਹਾਂ ਨੇ ਮੇਰੇ ਤੋਂ ਵੱਧ ਮਾਰਕਸ ਲਏ, ਮੈਂ ਵੀ ਇੰਟੈਲੀਜੈਂਟ ਸੀ ਕਾਫੀ, ਜਾਂ ਬਹੁਤ ਸਕੂਲਾਂ 'ਚ ਇਦਾਂ ਹੁੰਦਾ 1998 99 ਲਏ ਜਿਨ੍ਹਾਂ ਨੇ ਮੈਡੀਕਲ ਦੇ ਵਿੱਚੋਂ ਇੰਨੇ ਔਖੇ ਸਬਜੈਕਟਸ ਦੇ ਵਿੱਚੋਂ। ਉਹ ਬਾਹਰ ਇਸ ਟਾਈਮ ਕੋਈ ਮੈਕਡੋਨਲਡਸ ਤੇ ਲੱਗੀ ਹੋਈ ਹੈ, ਕੋਈ ਕਿਤੇ ਹੋਣ ਵਾਲੇ ਕਾਰਾਂ ਲਈਆਂ ਨੇ, ਤੇ ਜ਼ਿੰਦਗੀ ਦੇ ਵਿੱਚ ਡਾਕਟਰ ਬਣਨ ਦਾ ਸੁਪਨਾ ਉਹਨਾਂ ਦਾ ਖਤਮ ਹੋ ਗਿਆ। ਕਦੇ ਨਹੀਂ ਬਣ ਸਕਦੀਆਂ ਉਹ। ਜੇ ਬਣਨੀ ਹੈ ਤਾਂ ਜਦੋਂ PR ਬੱਚੇ ਹੋ ਗਏ, ਜਦੋਂ ਸਟੇਬਲ ਹੋ ਗਏ, ਉਦੋਂ ਡਾਕਟਰ ਦੀ ਪੜ੍ਹਾਈ ਕਰਕੇ ਉਸ ਤੋਂ ਬਾਅਦ ਸ਼ਾਇਦ ਬਣ। ਪਰ ਜਿਹੜੀ ਡਾਕਟਰ ਹੁਣੇ ਬਣ ਸਕਦੀ ਸੀ ਛੋਟੀ ਉਮਰ ਦੇ ਵਿੱਚ, ਜਿਹੜੀ ਉਮਰ 'ਚ ਤੁਸੀਂ ਵਿਆਹ ਕਰਤਾ, ਉਸੇ ਉਮਰ ਦੇ ਵਿੱਚ ਉਹ ਸ਼ਾਇਦ ਨੀਟ ਦਾ ਪੇਪਰ ਕਲੀਅਰ ਕਰਕੇ ਜਾਂ ਡਾਕਟਰ ਬਣ ਸਕਦੀ ਹੈ। MBBS ਕਰਨ ਤੋਂ ਬਾਅਦ ਕਿੰਨਾ ਹੀ ਕੁਝ ਕਰ ਸਕਦੀ ਸੀ, ਬਿਲਕੁਲ ਹੈਨਾ। ਜਾਂ ਤੁਸੀਂ ਜਿੰਨਾ ਬਾਹਰ ਜਾ ਕੇ ਪੈਸੇ ਲਾਏ ਹੋ MBBS ਤੇ ਲਾ ਦਿੰਦੇ, ਕੁਝ ਵੀ ਯਾਰ ਬਹੁਤ ਕੁਝ ਹੈਗਾ ਤੇ ਇਹੋ ਜਿਹਾ ਕੁਝ ਕਿੰਨਾ ਕੁਝ ਇੱਧਰ ਆਪਦੇ ਪੈਰਾਂ ਤੇ ਖੜੀ ਹੋ ਸਕਦੀ। ਉਸ ਤੋਂ ਬਾਅਦ PR ਤਰੀਕੇ ਨਾਲ ਜਾਂ ਵੱਡੀਆਂ ਕੰਪਨੀਆਂ ਦੇ ਆਫਰਸ ਦੇ ਨਾਲ ਬਾਹਰ ਜਾਂਦੀ ਤਾਂ ਕਿੰਨਾ ਵੱਡਾ ਫਰਕ ਪੈਣਾ ਸੀ। ਪਰ ਸਾਡੇ ਲੋਕਾਂ ਦੇ ਮਨ ਦੇ ਵਿੱਚ ਇਹ ਪੈ ਗਈ +2 ਹੋ ਗਿਆ ਤਾਂ ਬਾਹਰ ਜਾਣਾ। ਅੱਛਾ, ਤੁਸੀਂ ਜਿਹੜਾ ਸਵਾਲ ਸੀਗਾ, ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਪੈ ਗਈ ਤੇ ਇਹ ਗੱਲ ਕੱਢਣੀ ਪੰਜਾਬੀਆਂ ਦੇ ਮਨਾਂ ਦੇ ਵਿੱਚ ਬਹੁਤ ਜ਼ਰੂਰੀ ਹੈ ਮਨਪ੍ਰੀਤ, ਕਿਉਂਕਿ ਇਹਦੇ ਨਾਲ ਨੁਕਸਾਨ ਬੜੇ ਹੋ ਰਹੇ। ਨੁਕਸਾਨ ਉਹੀ ਮੈਂ ਆ ਰਿਹਾ ਨਾ, ਨੁਕਸਾਨ ਜਿਵੇਂ ਆਪਾਂ ਸਟਾਰਟਿੰਗ 'ਚ ਹੀ ਗੱਲ ਕਰਤੀ ਬਈ ਨੁਕਸਾਨ ਬਹੁਤ ਹੈ। ਉਸ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਤੇ ਉਹਦੇ ਅੰਕੜੇ ਵੀ ਸਾਹਮਣੇ ਨਿਕਲ ਕੇ ਆਏ ਕਿ ਮੁੰਡਿਆਂ ਨੇ ਸੁਸਾਈਡ ਬਹੁਤ ਕੀਤੇ ਇੱਥੇ, ਜਿਨ੍ਹਾਂ ਦੇ ਵਿਆਹ ਹੋਏ ਸੀ। ਤੁਸੀਂ ਕਿਹਾ ਹਾਲਾਂਕਿ ਦੱਸਿਆ ਥੋੜਾ ਬਹੁਤ, ਪਰ ਸੁਸਾਈਡ ਵਾਲੀ ਸਿਚੁਏਸ਼ਨ, ਸੁਸਾਈਡ ਕਰਨ ਦੇ ਲਈ ਐਡਾ ਜਿਗਰਾ ਚਾਹੀਦਾ ਪਹਾੜ ਜਿੱਡਾ, ਉਹ ਸਿਚੁਏਸ਼ਨਾਂ ਤੱਕ ਵੀ ਪਹੁੰਚ ਗਏ ਮੁੰਡੇ। ਤੇ ਕੁੜੀਆਂ ਨੇ ਉੱਥੋਂ ਵੀਡੀਓ ਬਣਾ ਕੇ ਇਸ ਦੀ ਗਲਤੀ ਤਾਂ ਨਹੀਂ ਮੰਗੀ, ਸਗੋਂ ਉਹਨਾਂ ਨੇ ਵੀ ਆਪਦੇ ਕਲੈਰੀਫਿਕੇਸ਼ਨ ਦਿੱਤੇ। ਤੁਹਾਨੂੰ ਕੀ ਲੱਗਦਾ ਫਿਰ ਉਹਨਾਂ ਦੇ ਕਲੈਰੀਫਿਕੇਸ਼ਨ ਵੀ ਠੀਕ ਸੀ ਜਾਂ ਇੱਧਰੋਂ ਜੋ ਸੁਸਾਈਡ ਵਾਲੀ ਜਗ੍ਹਾ ਤੇ ਪਹੁੰਚ ਗਏ ਉਹ ਕਿਵੇਂ ਆ ਸਿਸਟਮ ਸਾਰਾ? ਹਾਂ, ਬਹੁਤ ਸੋਹਣਾ ਸਵਾਲ ਆ ਵੀ ਸਾਰਾ ਪੋਜੀਸ਼ਨ ਕਿੱਦਾਂ ਬਣਦੀ ਉਹ ਮੈਂ ਤੁਹਾਨੂੰ ਬਰੀਕੀ ਨਾਲ ਐਕਸਪਲੇਨ ਕਰਦਾ। ਦਰਸ਼ਕੋ ਮੈਂ ਜ਼ਰੂਰ ਚਾਹੂੰਗਾ ਵੀ ਇਹ ਜ਼ਰੂਰ ਸੁਣਿਓ, ਜਿੰਨੀ ਕਿ ਮੇਰੀ ਸਮਝ ਉਸ ਤਰੀਕੇ ਨਾਲ ਮੈਂ ਬਰੀਕੀ ਨਾਲ ਐਕਸਪਲੇਨ ਕਰਦਾ। ਤੇ ਜੇ ਤੁਹਾਡੇ ਆਸੇ-ਪਾਸੇ ਕੋਈ ਇਦਾਂ ਦਾ ਵਿਕਟਿਮ ਕੋਈ ਬਣ ਰਿਹਾ ਤਾਂ ਉਹਦੇ ਵੱਲ ਤੁਸੀਂ ਧਿਆਨ ਦੇਣਾ ਕਿਵੇਂ ਹੁੰਦਾ। ਥੋੜੀ ਜਿਹੀ ਗੱਲ ਤਾਂ ਮੈਂ ਪਹਿਲਾਂ ਦੱਸਦੀ ਸੀ ਪਰ ਮੈਂ ਦੁਬਾਰਾ ਰਿਪੀਟ ਕਰ ਦਿੰਦਾ। ਆਇਲਸ ਕਲੀਅਰ, ਕੁੜੀ ਦੇ ਨਾਲ ਮੁੰਡੇ ਦਾ ਰਿਸ਼ਤਾ ਹੋ ਗਿਆ, ਮੁੰਡੇ ਦਾ ਰਿਸ਼ਤਾ ਹੋ ਗਿਆ, ਸਾਰੇ ਪਿੰਡ 'ਚ ਗੱਲ ਪਤਾ ਲੱਗ ਗਈ, ਰਿਸ਼ਤੇਦਾਰਾਂ 'ਚ ਗੱਲ ਪਤਾ ਲੱਗ ਗਈ, ਸਭ ਪਾਸੇ ਬੱਲੇ ਹੋ ਗਈ ਵੀ ਮੁੰਡੇ ਨੂੰ ਆਇਲਸ ਵਾਲੀ ਕੁੜੀ ਦਾ ਰਿਸ਼ਤਾ ਹੋ ਗਿਆ, ਬਾਹਰ ਜਾਊਗਾ। ਜਿਹੜਾ ਉਹਦਾ ਲੋਕਾਂ ਵੱਲੋਂ ਐਕਸਪੈਕਟੇਸ਼ਨ, ਲੋਕਾਂ ਵੱਲੋਂ ਮਾਣ, ਜਿਹੜਾ ਫੋਕਾ ਆਦਰ ਸਤਿਕਾਰ, ਉਹ ਇੱਥੇ ਚਲਾ ਗਿਆ, ਉੱਪਰੋਂ ਵੱਡਾ ਹੋ ਗਿਆ। ਉਸ ਤੋਂ ਬਾਅਦ ਜਦੋਂ ਕੁੜੀ ਬਾਹਰ ਚਲੀ ਜਾਂਦੀ, ਪੈਸੇ ਲਾਤੇ, ਕੁੜੀ ਬਾਹਰ ਚਲੀ ਗਈ, ਪੈਸੇ ਵੀ ਲੱਖਾਂ 'ਚ ਲੱਗੇ ਮੁੰਡੇ ਦੇ ਪੈਸੇ ਲੱਗੇ ਹਨਾ, ਤੇ ਕੁੜੀ ਨੂੰ ਫੀਸਾਂ ਭਰ ਕੇ ਬਾਹਰ ਭੇਜਦਾ। ਬਾਹਰ ਭੇਜਣ ਤੋਂ ਬਾਅਦ ਜਦੋਂ 4-5 ਸਾਲ ਮੁੰਡਾ ਬਾਹਰ ਨਹੀਂ ਜਾਂਦਾ, ਉਸ ਤੋਂ ਬਾਅਦ ਜਿਹੜੇ ਲੋਕ ਕਹਿੰਦੇ ਵੀ ਓਏ ਮੁੱਕਰ ਗਈ, ਓਏ ਉਹ ਕੀ ਗੱਲ, ਬਸ ਤੇਰੇ ਪੱਲੇ ਨੇ ਕੁਛ, ਬਸ ਮੁੱਕਰ ਗਈ ਕੁੜੀ, ਪੈਸੇ ਲੈ ਕੇ ਭੱਜ ਗਈ, ਤੇਰੇ ਨਾਲ ਫਰਾਡ ਹੋ ਗਿਆ, ਐਂ ਹੋ ਗਿਆ, ਤੈਨੂੰ ਫੋਨ ਕਰਦੀ ਰਹੀ ਕਿ ਨਹੀਂ, ਬਸ ਉਹਨੂੰ ਕਿੱਥੇ ਕਰਦੀ ਹੋਣੀ ਆ ਫੋਨ, ਐਂ ਕਰਦਾ ਇਹ ਉਹ ਬਹੁਤ ਕੁਛ। ਜਿਹੜੇ ਲੋਕਾਂ ਦੇ ਸਾਹਮਣੇ ਦੀ ਇੰਨੀ ਚੜ੍ਹਾਈ ਬਣੀ ਹੁੰਦੀ ਹੈ, ਉਹਨਾਂ ਲੋਕਾਂ ਦੇ ਸਾਹਮਣੇ ਇਹ ਗੱਲ ਨਹੀਂ ਦੱਸ ਸਕਦਾ ਵੀ ਮੇਰੇ ਨਾਲ ਕੀ ਵਾਪਰ ਰਿਹਾ। ਇਸ ਕਰਕੇ ਉਹ ਆਪਣੇ ਆਪ ਦੇ ਵਿੱਚ ਘੁੱਟਦਾ ਰਹਿੰਦਾ। ਤੇ ਕਈ ਮੁੰਡੇ ਇੰਨੇ ਸੈਂਸਿਟਿਵ ਹੁੰਦੇ ਆਪਦੇ ਮਾਪਿਆਂ ਨੂੰ ਵੀ ਦੱਸਦੇ ਮੇਰੀ ਮਾਂ ਬਹੁਤ ਫਿਕਰ ਕਰ ਜੂਗੀ, ਏਦਾਂ ਕਰ ਜੂਗੀ, ਜਿਹੜਾ ਉਹਨਾਂ ਦੇ ਆਪਸ ਵਿੱਚ ਚੱਲ ਰਿਹਾ ਹੁੰਦਾ ਨਹੀਂ ਦੱਸਦਾ, ਤੇ ਇਹ ਚੀਜ਼ ਉਹਨੂੰ ਸੁਸਾਈਡ ਤੱਕ ਲੈ ਜਾਂਦੀ। ਜਿਹੜੀ ਇਕੱਲੀ ਚੀਜ਼ ਆਪਾਂ ਆਪਦੇ ਮਨ ਤੇ ਲੈ ਕੇ ਜਾਈਏ, ਜਦੋਂ ਸ਼ੇਅਰ ਨਹੀਂ ਕਰਦੇ ਨਾ, ਸੁਸਾਈਡ ਦਾ ਬਚਣ ਦਾ ਸਭ ਤੋਂ ਵੱਡਾ ਅਵੋਇਡਿੰਗ ਪੁਆਇੰਟ ਇਹ ਹੁੰਦਾ, ਅਵੋਇਡ ਕਰਨ ਦਾ, ਕਿ ਤੁਸੀਂ ਕਿਸੇ ਨਾਲ ਸ਼ੇਅਰ ਕਰੋ, ਤੁਸੀਂ ਹੌਲੇ ਹੋ ਜਾਂਦੇ ਹੋ, ਪਰ ਬੰਦਾ ਸ਼ੇਅਰ ਨਹੀਂ ਕਰਦਾ, ਆਪਣੇ ਆਪ ਤੇ ਲੈ ਜਾਂਦਾ। ਇਹ ਇੱਕ ਪੁਆਇੰਟ।
ਦੂਜਾ ਪੁਆਇੰਟ ਉਹਨਾਂ ਦੇ ਆਪਸ ਵਿੱਚ ਵਿਗਾੜ ਕਿਵੇਂ ਪੈਂਦਾ। ਹੁਣ ਦੇਖੋ ਜਦੋਂ ਦੋ ਮੁੰਡੇ, ਇੱਕ ਮੰਨ ਲਓ ਵੀ ਇੱਕ ਮੁੰਡਾ ਤੇ ਇੱਕ ਕੁੜੀ ਦਾ ਜਦੋਂ ਇਧਰੋਂ ਵਿਆਹ ਕਰਤਾ ਇਹਨਾਂ ਨੇ, ਜਿਹੜੇ ਛੋਟੀ ਜਿਹੀ ਉਮਰ ਦੇ ਨੇ, ਜਿਨ੍ਹਾਂ ਨੂੰ ਕਰੀਅਰ ਨਹੀਂ ਡਿਸਾਈਡ ਕਰਨਾ ਆਉਂਦਾ 12ਵੀਂ ਤੋਂ ਬਾਅਦ, ਪਰ ਉਹਨਾਂ ਨੇ ਇਹਨਾਂ ਦਾ ਵਿਆਹ ਕਰਤਾ। ਉਹ ਆਪਸ ਦੇ ਵਿੱਚ ਵਿਆਹ ਇੱਧਰ ਜਦੋਂ ਕਰਤਾ, ਉਹ ਜਿਹੜੇ 2-3 ਮਹੀਨੇ ਹੁੰਦੇ ਆ ਉਹ ਆਪਸ ਵਿੱਚ ਫੋਨ ਤੇ ਗੱਲਬਾਤ ਕਰਦੇ ਆ। ਉਦੋਂ ਉਹ ਕੁੜੀ ਵੀ ਵਿਹਲੀ ਆ, ਮੁੰਡਾ ਵੀ ਵਿਹਲਾ, ਇਹ ਲਗਾਤਾਰ ਗੱਲਬਾਤ ਕਰ ਰਹੇ ਨੇ, ਇਹਨਾਂ ਦੀਆਂ ਗੱਲਾਂ ਹੋਰ ਨੇ। ਨਾ ਤਾਂ ਕੁੜੀ ਨੇ ਬਾਹਰਲਾ ਸਿਸਟਮ ਦੇਖਿਆ, ਨਾ ਮੁੰਡੇ ਨੇ ਬਾਹਰਲਾ ਸਿਸਟਮ ਦੇਖਿਆ, ਕੱਲੇ ਸੁਪਨਿਆਂ ਦੇ ਵਿੱਚ ਉਹ ਸਿਸਟਮ ਹੈ ਇਹਨਾਂ ਦੇ। ਉਹ ਏਦਾਂ ਗੱਲਾਂ ਕਰਦੇ ਨੇ ਆਪਸ ਵਿੱਚ, ਦਿਨ ਰਾਤ ਸਭ ਕੁਝ ਚੱਲਦਾ ਰਹਿੰਦਾ ਉਹਨਾਂ ਦਾ, ਹਨਾ, ਸਭ ਕੁਝ ਵੀ। ਹਾਲਾਂਕਿ ਉਸ ਟਾਈਮ ਤੇ ਕੁੜੀ ਦੇ ਮਨ ਦੇ ਵਿੱਚ ਮੈਂ ਇੱਕ ਆਪਸ਼ਨ ਇਹ ਲੈ ਕੇ ਚੱਲਦਾ ਵੀ ਉਸ ਟਾਈਮ ਕੁੜੀ ਦੇ ਮਨ ਦੇ ਵਿੱਚ ਕੋਈ ਬੇਮਨ ਨਹੀਂ ਹੈਗੀ। ਠੀਕ ਹੈ ਵੀ ਮੈਂ ਬਾਹਰ ਜਾ ਕੇ ਇਦਾਂ ਕਰਨਾ, ਇਦਾਂ ਕਈਆਂ ਤਾਂ ਹੁੰਦੀ ਵੀ ਹੈ, ਉਹ ਅਲੱਗ ਆਪਸ਼ਨ ਹੈ, ਪਰ ਉਸ ਟਾਈਮ ਤੇ ਕੁੜੀ ਦੇ ਮਨ 'ਚ ਕੋਈ ਨਹੀਂ ਹੈਗੀ। ਉਹ ਕੁੜੀ ਦੀ ਗੱਲ ਕਰ ਰਿਹਾ, ਉਹ ਆਪਸ ਵਿੱਚ ਗੱਲ ਕਰਦੇ ਨੇ ਵਧੀਆ, ਉਹਨਾਂ ਦੀਆਂ ਗੱਲਾਂ ਨਾਰਮਲ ਨੇ, ਵਿਹਲੇ ਲੋਕਾਂ ਦੀਆਂ ਜਿਹੜੀਆਂ ਆਪਣੇ ਨੇ, ਆਪਣੇ ਨੇ ਇਤਿਹਾਸਕ ਟੋਕਰੇ 'ਚ ਪਿਆ ਹੁੰਦਾ, ਕੋਈ ਖੁਰਲੀ 'ਚ ਪਿਆ ਹੁੰਦਾ, ਗੱਲਾਂ ਕਰਨ ਲੱਗਿਆ ਨਾ, ਉਹ ਕੰਮ ਉਹਨਾਂ ਦਾ ਚੱਲ ਪੈਂਦਾ। ਉਸ ਤੋਂ ਬਾਅਦ ਜਦੋਂ ਬਾਹਰ ਚਲੀ ਜਾਂਦੀ ਹੈ ਕੁੜੀ, ਜਦੋਂ ਅਸੀਂ ਇੱਧਰਲੇ ਪਾਸੇ 12ਵੀਂ ਕਰਕੇ +2 ਕਰਕੇ ਬਾਹਰ ਜਾਂਦੇ ਹਾਂ, ਇੱਕ ਤਾਂ ਅਸੀਂ ਡਾਕਟਰ ਬਣ ਕੇ ਬਾਹਰ ਗਏ, ਤਾਂ ਸਾਨੂੰ ਪਤਾ ਵੀ ਮੈਂ BBS ਕਰਕੇ ਡਾਕਟਰ ਬਣ ਕੇ ਬਾਹਰ ਗਿਆ ਤਾਂ ਮੈਨੂੰ ਚੰਗੀ ਰੈਪਿਊਟਡ ਵਾਈਟ ਕਲਰ ਜੌਬ ਮਿਲਣੀ ਹੈ, ਤੇ ਜਾਂ ਹਸਪੀਟਲ ਦੇ ਵਿੱਚ ਮੈਨੂੰ ਕੰਮ ਮਿਲਣਾ, ਤੇ ਮੇਰੀ ਇੱਜ਼ਤ ਹੋਣੀ ਹੈ, ਫਿਰ ਤਾਂ ਕੋਈ ਮਸਲਾ ਨਹੀਂ, ਫਿਰ ਤਾਂ ਲਾਈਫ ਇੰਨੀ ਚੇਂਜ ਨਹੀਂ ਹੁੰਦੀ, ਸਗੋਂ ਦੀ ਲਾਈਫ ਬੂਸਟ ਅਪ ਹੁੰਦੀ ਹੈ, ਤੁਸੀਂ ਹੋਰ ਹੌਸਲੇ 'ਚ ਹੁੰਦੇ ਹੋ। ਪਰ ਜਦੋਂ ਤੁਸੀਂ 12ਵੀਂ ਤੋਂ ਬਾਅਦ ਬਾਹਰ ਜਾਂਦੇ ਹੋ ਤਾਂ ਮਤਲਬ ਤੁਸੀਂ ਬਿਲਕੁਲ ਨਿੱਲ ਬਾਹਰ ਜਾ ਰਹੇ ਹੋ, ਤੇ ਕੈਨੇਡਾ ਨੇ ਤੁਹਾਨੂੰ ਸਿਰਫ ਪੈਸੇ ਬਣਾਉਣ ਵਾਸਤੇ ਸੱਦਿਆ, ਤਾਂ ਤੁਸੀਂ ਉਧਰ ਸਿਰਫ ਲੇਬਰ ਦੇ ਤੌਰ ਤੇ ਜਾ ਰਹੇ ਹੋ। ਤੁਹਾਡੀ ਲਾਈਫ ਮਨਪ੍ਰੀਤ ਟੋਟਲੀ ਚੇਂਜ ਹੋ ਜਾਂਦੀ ਹੈ, ਪੂਰੀ ਟੋਟਲ ਲਾਈਫ ਚੇਂਜ ਹੋ ਗਈ। ਮੰਨ ਲਓ ਹੁਣ ਪੂਰੀ ਲਾਈਫ ਚੇਂਜ ਹੋ ਗਈ, ਉਧਰ ਇੱਕੋ ਦਮ ਤੁਹਾਡੇ ਤੇ ਕਿਸੇ ਨੇ ਰੋਟੀ ਨਹੀਂ ਪਕਾ ਕੇ ਦੇਣੀ, ਜਿਹੜਾ ਨਾਲ ਦਾ ਬੰਦਾ ਵੀ ਉਹਨੇ ਵੀ ਤੁਹਾਡਾ ਹਾਲ ਚਾਲ ਨਹੀਂ ਪੁੱਛਣਾ, ਹਰ ਇੱਕ ਬੰਦਾ ਮਤਲਬੀ ਹੈ। ਉੱਥੇ ਬੈਠ ਕੇ ਤੁਸੀਂ ਗੱਪਾਂ ਨਹੀਂ ਮਾਰ ਸਕਦੇ, ਬੈਠ ਕੇ ਤੁਸੀਂ ਚੌੜ ਨਹੀਂ ਕਰ ਸਕਦੇ, ਹੱਸ ਖੇਡ ਨਹੀਂ ਸਕਦੇ, ਇੱਧਰ ਜਾਵੜੇ ਉਹ ਨਹੀਂ ਕਰ ਸਕਦੇ, ਮੰਮੀ ਕੋਲੇ ਰੋ ਨਹੀਂ ਸਕਦੇ, ਆਹ ਨਹੀਂ ਕਰ ਸਕਦੇ, ਸਭ ਕੁਝ ਖਤਮ ਹੋ ਗਿਆ। ਇੱਕੋ ਦਮ ਤੁਹਾਡੇ ਤੇ ਬਰਡਨ ਪੈਦਾ ਹੋ ਗਿਆ। ਇੱਕ ਕੁੜੀ ਜਿਹੜੀ ਬਾਹਰ ਗਈ ਹੈ, ਇੱਕ ਹੈ ਵੀ ਕੁੜੀ ਉਹ, ਤੇ ਬਾਹਰ ਚਲੀ ਗਈ ਤੇ ਐਡਾ ਕੁਝ ਬਰਡਨ ਪੈ ਗਿਆ, ਸਾਰਾ ਕੁਝ, ਉਹਦੀ ਲਾਈਫ ਚੇਂਜ ਹੋ ਗਈ। ਤੇ ਜਿਹੜਾ ਮੁੰਡਾ ਇੱਧਰ ਬੈਠਾ ਉਹਦੀ ਲਾਈਫ ਸੇਮ ਹੈ, ਉਹਦੀ ਐਕਸਪੈਕਟੇਸ਼ਨ ਵੀ ਸੇਮ ਹੈ, ਉਹਦਾ ਸਾਰਾ ਕੁਝ ਬਦਲ ਗਿਆ, ਉਹਦੀਆਂ ਐਕਸਪੈਕਟੇਸ਼ਨ ਥੋੜੀਆਂ ਬਦਲ ਜਾਣਗੀਆਂ। ਅੱਖ ਨਹੀਂ ਮਿਲਾ ਪਾਉਂਦਾ ਕਿਸੇ ਨਾਲ। ਹਾਂ, ਉਹਦੀਆਂ ਐਕਸਪੈਕਟੇਸ਼ਨ ਨਹੀਂ, ਤੁਸੀਂ ਇਹ ਗਲਤ ਕਹਿ ਗਏ, ਅੱਖ ਨਹੀਂ, ਉਹ ਤਾਂ ਹਜੇ ਬਾਅਦ ਦੀ ਗੱਲ ਹੈ। ਮੈਂ ਉਹ ਅਚਾਨਕ ਦੀ ਗੱਲ ਕਰਦਾ ਵੀ ਜਿਹੜੀ ਤੁਸੀਂ ਉਹ ਜਦੋਂ ਚਲੇ ਗਏ ਬਾਹਰ, ਹਜੇ ਅੱਜ 2 ਦਿਨ ਹੋ ਗਏ ਕੁੜੀ ਨੂੰ ਗਈ ਨੂੰ ਬਾਹਰ, ਜਾਂ 10 ਦਿਨ ਹੋ ਗਏ, ਕੁੜੀ ਦੀ ਲਾਈਫ ਸਾਰੀ ਚੇਂਜ ਹੋ ਗਈ ਬਾਹਰ ਜਾ ਕੇ। ਮੁੰਡਾ ਹਜੇ ਉੱਥੇ ਖੜਾ ਸੇਮ, ਉਹ ਕਿਉਂਕਿ ਉੱਥੇ ਹੀ ਹੈ, ਹਜੇ ਉਹਨੇ ਜਾਣਾ ਬਾਹਰ ਸਾਲ 1.5 ਸਾਲ ਬਾਅਦ। ਹੁਣ ਕੁੜੀ ਦੀ ਲਾਈਫ ਦੇ ਵਿੱਚ ਬਹੁਤ ਚੇਂਜਸ ਆ ਗਏ, ਇੰਨਾ ਬਰਡਨ, ਇੰਨਾ ਕੰਮ, ਇੰਨੀ ਟੈਨਸ਼ਨ, ਉਹਨੂੰ ਰੋਟੀ ਬੈਠਣ ਨੂੰ ਮਿਲਦੀ ਹੈ, ਤੇ ਪਰ ਉਹਦੀ ਐਕਸਪੈਕਟੇਸ਼ਨ ਸੇਮ ਹੈ ਵੀ ਮੈਂ ਜਿਵੇਂ ਗੱਲ ਕਰਦਾ ਸੀ ਪਹਿਲਾਂ ਮੇਰੇ ਨਾਲ, ਕੁੜੀ ਉਦਾਂ ਹੀ ਗੱਲ ਕਰਦੀ ਰਹੇ। ਹੁਣ ਇੱਥੇ ਵਿਹਲਾ ਬੈਠਾ ਬੰਦਾ, ਹਾਂਜੀ ਏਦਾਂ ਉਹਦੀ ਲਾਈਫ ਤੇ ਐਡੇ ਕੁਝ ਬਰਡਨ ਆ ਗਏ, ਉਹ ਨਹੀਂ ਕਰ ਸਕਦੀ। ਉੱਥੇ ਕੀ ਚਾਹੀਦਾ, ਉੱਥੇ ਮੁੰਡੇ ਨੂੰ ਕੁੜੀ ਦੇ ਨਾਲ ਗਰੋ ਕਰਨਾ ਚਾਹੀਦਾ ਵੀ ਉਹ ਬਾਹਰ ਚਲੀ ਗਈ ਆ, ਹੁਣ ਉਹਦੇ ਕੋਲ ਸਮਾਂ ਘੱਟ ਹੋਊਗਾ। ਜਦੋਂ ਉਹ ਇੱਧਰ ਸਮਾਂ 24 ਘੰਟੇ ਗੱਲ ਕਰਦੀ ਇੱਕੋ ਦਮ 2 ਘੰਟੇ ਤੇ ਆ ਜਾਊਗੀ, ਤੇ ਫਿਰ ਇੱਕੋ ਦਮ ਜਦੋਂ ਕੰਮ ਤੋਂ ਘਰੇ ਆਊਗੀ ਇੱਕਦਮ ਇੱਧਰ ਕਰੂਗੀ ਲਵ ਯੂ ਬੇਬੀ ਕਰਦੀ ਉਧਰ ਜਦੋਂ ਕੰਮ ਤੇ ਆਊਗੀ ਤਾਂ 2-3 ਵਾਰੀ ਕਾਲ ਆਊਗਾ ਤਾਂ ਕਹੂਗੀ ਪਲੀਜ਼ ਮੈਂ ਫਰਸਟ੍ਰੇਟ ਹੋ ਗਈ, ਮੈਨੂੰ ਥੋੜਾ ਆਰਾਮ ਕਰ ਲੈਣ ਦੇ, ਉਹ ਕਰ ਲੈਣਗੇ। ਤਾਂ ਫਿਰ ਇਹ ਮੁੰਡਾ ਜਦੋਂ ਸਮਝਦਾਰ ਹੋਇਆ ਤਾਂ ਸਮਝ ਜੂਗਾ, ਪਰ ਬਹੁਤ 99% ਦੇ ਵਿੱਚ ਕੇਸ ਦੇ ਵਿੱਚ ਕੀ ਹੁੰਦਾ, ਇਹ ਮੁੰਡਾ ਉਹਨੂੰ ਕੀ ਕਹੂਗਾ, ਤੂੰ ਬਦਲ ਗਿਆ। ਫਿਰ ਗਾਣੇ ਬਣਦੇ ਆ। ਹਾਂ, ਇੱਥੇ ਕੀ ਬਣ ਗਿਆ, ਤੂੰ ਬਦਲ ਗਿਆ ਸੱਜਣਾ। ਮੈਂ ਨਹੀਂ ਕਹਿੰਦਾ ਵੀ ਕੁੜੀਆਂ ਨਹੀਂ ਬਦਲਦੀਆਂ, ਬਦਲ ਵੀ ਜਾਂਦੀਆਂ ਨੇ, ਪਰ ਸਾਨੂੰ ਅਸੀਂ ਚਾਹੇ ਇੱਧਰ ਬੈਠੇ ਆ, ਪਰ ਅਸੀਂ ਵੀ ਬਦਲੀਏ ਨਾ ਕੈਨੇਡਾ ਦੇ ਹਿਸਾਬ ਦੇ ਨਾਲ। ਸਾਨੂੰ ਸਮਝਣਾ ਚਾਹੀਦਾ ਵੀ ਸੱਚੀ ਉੱਥੇ ਇਹ ਨਹੀਂ ਵੀ ਉੱਥੇ ਜਾ ਕੇ ਘੱਟ ਗੱਲ ਕਰਦੀ ਹੈ ਤਾਂ ਉਹ ਬਦਲੀ ਗਈ, ਉੱਥੇ ਜਾ ਕੇ ਘੱਟ ਗੱਲ ਕਰਦੀ ਹੈ ਤਾਂ ਇਹਦਾ ਮਤਲਬ ਹੈ ਵੀ ਉੱਥੇ ਬਹੁਤ ਸਰਕਮਸਟੈਂਸ ਚੇਂਜ ਹੋ। ਤੁਹਾਡੇ ਕੋਲ ਵਿਹਲੇ ਲੋਕ ਨਹੀਂ, ਜੇ ਵਿਹਲੇ ਹੁੰਦੇ ਤਾਂ ਤੁਸੀਂ ਉੱਥੇ ਥੋੜੀ ਜਾਣਾ ਸੀ, ਕੈਨੇਡਾ ਵਾਲੇ ਇੱਥੇ ਆਉਂਦੇ, ਬਿਲਕੁਲ, ਹਨਾ। ਜਾਂ ਤੁਸੀਂ ਦੋਨੇ ਰਲ ਕੇ ਕਿਸੇ ਹੋਰ ਦੇਸ਼ 'ਚ ਜਾਂਦੇ ਹੋ, ਤੁਹਾਡੇ ਤੋਂ ਅੱਗੇ ਲੋਕ ਨੇ, ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਸਾਰੇ ਕੰਮ ਨੇ, ਬਹੁਤ ਸਾਰੇ ਚੈਲੰਜਸ ਨੇ, ਬਹੁਤ ਚੀਜ਼ਾਂ ਨੂੰ ਵਿਹਲੇ ਨਹੀਂ ਬੈਠਦੇ ਉਹ। ਇਸ ਕਰਕੇ ਜੇ ਕੁੜੀ ਉੱਥੇ ਗਈ ਆ ਤਾਂ ਉਹਦੇ ਮਾਈਂਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਆ ਜਾਂਦੀਆਂ। ਦੂਜੀ, ਇਹ ਮੈਂ ਸਹੀ ਕੁੜੀ ਦੀ ਗੱਲ ਕਰ ਰਿਹਾ ਹਾਂ। ਦੂਜੀ ਗੱਲ ਉਹਦੇ ਮਨ ਦੇ ਵਿੱਚ ਇਹ ਆਉਂਦੀ ਹੈ, ਹਾਏ ਮੈਂ ਫੀਸ ਕੱਢ ਪਾਉਂਗੀ ਕਿ ਨਹੀਂ, ਹਾਏ ਮੇਰੇ ਤੇ ਇੰਨਾ ਪੈਸੇ ਤਾਂ ਲਾਤੇ ਉਹਨਾਂ ਨੇ, ਫੀਸ ਕੱਢ ਪਾਉਂਗੀ ਕਿ ਨਹੀਂ, ਹਾਏ ਮੇਰੇ ਤੇ ਮਿਹਣੇ ਬਣ ਜਾਣਗੇ। ਫਿਰ ਜਦੋਂ ਆਪਸ ਗੱਲ ਨਹੀਂ ਹੁੰਦੀ, ਕਲੈਸ਼ ਵੱਧਦਾ, ਫਿਰ ਮੁੰਡਾ ਨੂੰ ਕਹਿਣ ਲੱਗਾ ਤੂੰ ਮੇਰੇ ਸਿਰ ਤੇ ਬਾਹਰ ਗਈ ਆ, ਫਲਾਣਾ ਧਮਕਾ, ਇਹ ਉਹ ਐਂ ਕਰਦਾ ਚੱਲਦਾ ਰਹਿੰਦਾ। ਫਿਰ ਹੌਲੀ ਕੁੜੀ ਦਾ ਸਰਕਲ ਬਾਹਰ ਬਣ ਜਾਂਦਾ, ਮਿੱਤਰ ਦੋਸਤ ਬਣ ਜਾਂਦੇ ਨੇ। ਉਹ ਜਿਹੜੇ ਮਿੱਤਰ ਦੋਸਤ ਬਣਦੇ ਨੇ ਉਹਨਾਂ ਦਾ ਵੀ ਬੜਾ ਵੱਡਾ ਰੋਲ ਹੁੰਦਾ, ਕਿਉਂਕਿ ਉਹ ਗਏ ਪਹਿਲਾਂ ਹੁੰਦੇ ਨੇ, ਤਾਂ ਉਹ ਜੇ ਜ਼ਿਆਦਾਤਰ ਕੁੜੀ ਦੇ ਮੇਲ ਫਰੈਂਡ ਬਣ ਜਾਣ, ਕਿਉਂਕਿ ਉਧਰ ਕਲਚਰ ਇਦਾਂ ਦਾ, ਕੁੜੀ ਦੇ ਮੁੰਡੇ ਫਰੈਂਡ ਬਣ ਜਾਣ, ਤਾਂ ਉਹ ਮੁੰਡਿਆਂ ਨੂੰ ਕਈ ਵਾਰੀ ਲਾਲਚ ਹੁੰਦਾ ਵੀ ਚੱਲ ਸਾਡੇ ਨਾਲ ਜ਼ਿਆਦਾ ਗੱਲ ਕਰੇ ਜਾਂ ਕੁਝ ਵੀ ਇਹੋ ਜੀ। ਉਸ ਚੱਕਰ ਦੇ ਵਿੱਚ ਉਹ ਆਪਦਾ ਦੁੱਖ ਸੁਣਾਉਣ ਦੀ ਵਾਰੀ, ਕਿਉਂਕਿ ਕੋਈ ਸੁਣਨ ਵਾਲਾ ਨਹੀਂ ਹੁੰਦਾ, ਦੁੱਖ ਸੁਣਾਉਣ ਦੀ ਵਾਰੀ ਉਹਨਾਂ ਕੋਲ ਖੁੱਲ ਜਾਂਦੀ ਹੈ ਕਿ ਮੇਰਾ ਆਹ ਦੁੱਖ ਹੈ ਕਿ ਮੈਨੂੰ ਮੇਰਾ ਘਰ ਵਾਲਾ ਏਦਾਂ ਬੋਲਦਾ, ਤੇ ਉਹ ਵੀ ਆਏ ਮੈਨੂੰ ਕਹਿੰਦਾ ਮੈਂ ਪੈਸੇ ਲਿਆ ਕੇ ਅਸੀਂ ਭੇਜਿਆ ਤੈਨੂੰ, ਤੂੰ ਗੱਲ ਨਹੀਂ ਕਰਦੀ ਫਲਾਣਾ ਨਹੀਂ। ਤਾਂ ਉਹ ਫਿਰ ਰੋਂਦੀ ਉਹਨਾਂ ਕੋਲੇ ਦੱਸਦੀ ਹੈ, ਤਾਂ ਫਿਰ ਉਹ ਅੱਗੋਂ ਹੌਸਲਾ ਦੇਣ ਲੱਗ ਜਾਂਦੇ ਨੇ ਵੀ ਲੈ
20 ਲੱਖ ਰੁਪਏ ਲੱਗਿਆ, ਕਿੱਡੀ ਗੱਲ ਆ, 6 ਮਹੀਨੇ ਚ ਕਮਾ ਲਾਂਗੇ, ਮੂੰਹ ਤੇ ਮਾਰੀ। ਤੇ ਇੱਕ ਗੱਲ ਵੀ ਬਣੀ ਹੈ, ਕਹਿੰਦੇ ਹੁੰਦੇ ਆਪਦੀ ਸਹੇਲੀ ਨੂੰ ਕਦੇ ਵੀ ਰੋਣ ਨਾ ਦਿਓ, ਕਿਉਂਕਿ ਬਹੁਤ ਕੰਜਰ ਬੈਠੇ ਹੁੰਦੇ ਨੇ ਉਹਨੂੰ ਚੁੱਪ ਕਰਾਉਣ ਦੇ ਲਈ। ਕਿਉਂਕਿ ਉਹਨੂੰ ਚੁੱਪ ਕਰਾਉਣ ਲਈ ਬੜੇ ਬੈਠੇ ਹੁੰਦੇ ਨੇ। ਉਹ ਚੁੱਪ ਮਤਲਬ ਉਹਨਾਂ ਚੁੱਪ ਉਹਨੂੰ ਲੱਗਦਾ ਵੀ ਇਹ ਚੰਗੇ ਨੇ। ਇੱਥੋਂ ਕਲੈਸ਼ ਵੱਧਦਾ ਜਿਹੜਾ ਮੁੰਡਾ ਕਹਿਣ ਲੱਗੇ ਸੀ, ਉਹ ਕੁੜੀ ਵੀ ਕਹਿਣ ਲੱਗ ਗਈ, ਇੱਥੋਂ ਕਲੈਸ਼ ਵੱਧ ਜਾਂਦਾ, ਕਿਉਂਕਿ ਮੁੰਡਾ ਉਸ ਕੁੜੀ ਦੇ ਨਾਲ ਸੋਚ ਦੇ ਤਰੀਕੇ ਨਾਲ ਵਿਕਸਿਤ ਨਹੀਂ ਹੋਇਆ। ਉਹ ਕੁੜੀ ਦੀ ਲਾਈਫ ਵਿਕਸਿਤ ਹੋ ਗਈ, ਉਹਦੀ ਲਾਈਫ ਵਿਕਸਿਤ ਹੋਇਆ, ਬਾਅਦ ਚੋਂ ਕੁੜੀ ਬਦਲ ਗਈ, ਬਾਅਦ ਚ ਉਹਦੇ ਮਨ ਦੇ ਵਿੱਚ ਸੱਚੀ ਆਉਣ ਲੱਗ ਜਾਂਦਾ ਵੀ ਮੈਨੂੰ ਮਿਹਨੇ ਮਾਰਦਾ ਤੇ ਮੈਂ ਤਾਂ ਇਹਦੇ ਮੂੰਹ ਤੇ ਮਾਰੂੰਗੀ, ਤੇ 15 ਲੱਖ ਰੁਪਏ ਕਿੱਡੀ ਗੱਲ ਹੈ। ਦੂਜੀ ਗੱਲ, ਇਹਨਾਂ ਚੀਜ਼ਾਂ ਤੋਂ ਜਦੋਂ ਕਲੈਸ਼ ਵੱਧਦਾ ਤਾਂ ਮੁੰਡਾ ਸੁਸਾਈਡ ਵਾਲੇ ਪਾਸੇ ਚਲੇ ਜਾਂਦਾ। ਇੱਕ ਇਹਦੇ ਚ ਹੋਰ ਐਡ ਕਰਦੇ, ਜੇ ਕਈ ਵਾਰੀ ਮੁੰਡਾ ਬਾਹਰ ਵੀ ਚਲਾ ਜਾਵੇ, ਬਾਹਰ ਜਾ ਕੇ ਵੀ ਉਹਨਾਂ ਦੇ ਮਨ ਦੇ ਵਿੱਚ ਇੱਕ ਦੂਜੇ ਦੇ ਮਿਹਨੇ ਲੈ ਵੀ ਜਾਵੇ, ਕੁੜੀ ਮਿਹਨੇ ਵੱਜਦੇ ਰਹਿੰਦੇ, ਤੂੰ ਮੇਰੇ ਕਰਕੇ ਆਈ ਆ ਕਿਉਂਕਿ ਮੈਂ ਪੈਸੇ ਲਏ ਸੀ, ਉਹ ਕਹਿੰਦੀ ਤੂੰ ਤਾਂ ਨਿਲ ਸੀ, ਤੇਰੇ ਤਾਂ 12ਵੀਂ ਚ ਵੀ ਨੰਬਰ ਇੰਨੇ ਘੱਟ ਆਏ ਸੀ, ਆਈਲੈਟਸ ਤੇਰੇ 2 ਬੈਂਡ ਸੀ, ਤੂੰ ਮੇਰੇ ਕਰਕੇ ਆਇਆ। ਕੁੜੀ ਕਹਿੰਦੀ ਤੂੰ ਮੇਰੇ ਕਰਕੇ ਆਇਆ, ਮੁੰਡਾ ਕਹਿੰਦਾ ਤੂੰ ਮੇਰੇ ਕਰਕੇ ਆਈ ਹੈ। ਇਸ ਚੱਕਰ ਦੇ ਵਿੱਚ ਵੀ ਆਪਸ ਦੇ ਵਿੱਚ ਚੱਕਰ ਪੈ ਜਾਂਦਾ, ਤੇ ਕੁੜੀ ਦੇ ਉਹਦੇ ਜਿਹੜੇ ਹੈਗੇ ਉਹ ਕਹਿੰਦੇ ਮੈਨੂੰ ਜੇ ਬਾਹਲਾ ਪੈਸਿਆਂ ਦੀ ਗੱਲ ਕਰਦਾ ਮੂੰਹ ਤੇ ਮਾਰ ਪੈਸੇ। ਇੱਕ ਚੱਕਰ ਹੋਰ ਵੀ ਮੈਂ ਸੁਣਿਆ ਬਈ, ਕੁੜੀ ਗਈ ਸਟੱਡੀ ਵੀਜ਼ਾ ਤੇ 1 ਸਾਲ ਦਾ ਸਟੱਡੀ ਵੀਜ਼ਾ ਸੀ, ਉਹਦੇ ਕੋਲ ਪੇਪਰ ਹੀ ਕਲੀਅਰ ਨਹੀਂ ਹੋਏ, ਹੁਣ ਉਹਦੀ ਸਟੱਡੀ ਪੂਰੀ ਨਹੀਂ ਹੋਈ, ਅੱਗੇ ਨਹੀਂ ਵੱਧ ਸਕਦੀ, ਉੱਥੇ ਫਿਰ ਪਿੱਛੋਂ ਤੋੜ ਕੇ ਉੱਥੇ PR ਵਾਲਾ ਮੁੰਡਾ ਲੱਭਦੀ ਉਹ। ਇਹ ਵੀ ਚੱਕਰ ਵੇਖਿਆ ਮੈਂ। ਹਾਂ, ਇਸ ਤਰੀਕੇ ਨਾਲ ਵੀ ਹੁੰਦਾ। ਇਹ ਉਹ ਜਿਹੜਾ ਗਲਤ ਕੁੜੀਆਂ ਦੀ ਗੱਲ, ਉਹ ਵੀ ਮੈਂ ਅੱਗੇ ਤੁਹਾਨੂੰ ਦੱਸਦਾ, ਜਿਹੜੀਆਂ ਕੁੜੀਆਂ ਨੇ ਪਹਿਲਾਂ ਹੀ ਸੋਚਿਆ ਹੁੰਦਾ ਵੀ ਅਸੀਂ ਇਦਾਂ ਕਰਨਾ। ਸੋ ਕਈ ਵਾਰੀ ਪਹਿਲਾਂ ਨਹੀਂ ਸੋਚਿਆ, ਉੱਥੇ ਜਾ ਕੇ ਬਦਲ ਜਾਂਦੀਆਂ ਨੇ। ਬਹੁਤ ਗਲਤ ਮੈਂਟੈਲਿਟੀ ਆ। ਜਦੋਂ ਤੁਸੀਂ ਆਪਦੇ ਮਾਪਿਆਂ ਦੇ, ਤੁਹਾਡੇ ਮਾਪੇ ਵਿਆਹ ਕਰ ਰਹੇ ਨੇ ਮੁੰਡੇ ਦੇ ਨਾਲ, ਉਦੋਂ ਤੁਸੀਂ ਕਾਲੀ ਦੇ ਵਿੱਚ ਇਹ ਸੋਚ ਕੇ, ਮਾਪਿਆਂ ਨੂੰ ਵੀ ਇਹ ਹੁੰਦਾ ਵੀ ਇਹ ਸੋਚ ਕੇ ਵੀ ਚਲੋ ਮੁੰਡੇ ਨੂੰ ਵਿਆਹ ਕਰ ਲਓ, ਤੇ ਉਹ ਬਾਹਰ ਜਾਣਾ ਕੁੜੀਆਂ ਦੇ ਮਨ 'ਚ ਇਹ ਹੁੰਦਾ। ਬਾਹਰ ਜਾ ਕੇ ਫਿਰ ਉਹਨਾਂ ਦੀ ਲਾਈਫ ਥੋੜੀ ਜ਼ਿਆਦਾ ਚੇਂਜ ਹੋ ਜਾਂਦੀ ਵੀ ਨਹੀਂ ਉਹ ਤਾਂ ਬਹੁਤ ਪਿਛਲੀ ਸੋਚਦਾ, ਹਜੇ ਉਹ ਤਾਂ ਪਿੱਛੇ ਰਹਿ ਗਿਆ ਤੇ ਮੈਂ ਥੋੜੀ ਜਿਹੀ ਅੱਗੇ। ਕੁੜੀ ਨੂੰ ਵੀ ਸਮਝਣਾ ਚਾਹੀਦਾ ਵੀ ਮੁੰਡਾ ਉਧਰਲੇ ਪਾਸੇ ਉਹ ਜਿੰਨਾ ਮਰਜ਼ੀ ਸਮਝਾ ਲਾ, ਇਧਰਲੇ ਪਾਸੇ ਵਾਲੇ ਤਰੀਕੇ ਨਾਲ ਨਹੀਂ ਸੋਚ ਸਕਦਾ, ਤੇ ਮੈਨੂੰ ਕੋਆਪਰੇਟ ਕਰਨਾ ਚਾਹੀਦਾ ਉਹਦੇ ਨਾਲ। ਮੈਂ ਉਹਦੇ ਨਾਲ ਲੜਾਈ ਨਾ ਕਰਾਂ, ਮੈਂ ਉਹਨੂੰ ਪਿਆਰ ਨਾਲ ਰੱਖਾਂ। ਐ ਨਹੀਂ ਵੀ ਉਹਨੂੰ ਪੈਸੇ ਲਾਤੇ ਫਿਰ ਕਿੱਡੀ ਗੱਲ ਹੈ, ਪੈਸੇ ਲਾਤੇ ਫਿਰ ਕਿੱਡੀ ਗੱਲ ਨਹੀਂ ਹੁੰਦੀ। ਪੈਸੇ ਲਾਉਣੇ ਬਹੁਤ ਔਖੇ ਨੇ। 30-35 ਲੱਖ ਰੁਪਈਆ ਇੱਕ ਮੁੰਡਾ, ਖਾਸ ਕਰਕੇ ਜੱਟਾਂ ਦੀ ਗੱਲ ਕਰ ਰਹੇ ਹਾਂ ਆਪਾਂ, ਜੱਟਾਂ ਕਿਸਾਨਾਂ ਭਾਈਚਾਰਿਆਂ ਦੀ ਗੱਲ ਕਰ ਰਹੇ ਹਾਂ, ਜਾਂ ਮਜ਼੍ਹਬੀ ਸਿੱਖ ਭਾਈਚਾਰੇ ਜਿੰਨਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਕੋਲ ਕਿੰਨੇ ਕੁ ਪੈਸੇ ਹੁੰਦੇ, ਸਾਰੇ ਕਰਜ਼ਾ ਚੱਕ ਕੇ, ਫਸਲਾਂ ਦੀ ਕਰਜ਼ਾ ਦੀ ਭੈਣਾਂ ਦੇ ਵਿਆਹਾਂ ਨੂੰ ਰੋਕ ਕੇ ਫਿਰ ਉਹ ਕੁੜੀ ਤੇ ਪੈਸਾ ਲਾ ਕੇ ਬਾਹਰ ਭੇਜਦੇ ਨੇ। ਉਹਨਾਂ ਤੇ ਵੀ ਇੱਕ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਹੁੰਦਾ ਸਾਡਾ ਮੁੰਡਾ ਬਾਹਰ ਚਲਾ ਜਾਊਗਾ। ਗਲਤੀ ਉਹਨਾਂ ਦੀ ਵੀ ਹੁੰਦੀ ਹੈ, ਪਰ ਜਦੋਂ ਗਲਤੀ ਕਰ ਹੀ ਲਈ ਉਦੋਂ ਬਾਅਦ ਚੱਲ ਸੋਚਦਾ ਇਹ ਵੀ ਸਾਡਾ ਮੁੰਡਾ ਬਾਹਰ ਚਲਾ ਜਾਊਗਾ। ਪਰ ਬਾਹਰ ਜਾ ਕੇ ਜਦੋਂ ਕੁੜੀਆਂ, ਚਾਹੇ ਕਿੱਡੀ ਵੀ ਗੱਲ ਹੋਵੇ, ਛੋਟੀ ਜਿਹੀ ਪ੍ਰੋਬਲਮ ਵੱਡੀ ਬਣਾ ਕੇ ਐ ਸੋਚ ਕਹਿਣ ਲੱਗ ਜਾਂਦੀ ਹੈ ਨਾ ਵੀ ਇਹਦੇ ਮੂੰਹ ਤੇ ਮਾਰੂਗੀ ਪੈਸੇ, ਬਹੁਤ ਗਲਤ ਸੋਚ ਹੈ। ਉਹ ਬਹੁਤ ਗਲਤ ਸੋਚ ਹੈ। ਜਿਹੜੀ ਕੁੜੀ ਦੇ ਕਰਕੇ ਮੁੰਡੇ ਨੇ ਅੱਜ ਤੱਕ ਸੁਸਾਈਡ ਕੀਤਾ, ਉਹਨੂੰ ਪ੍ਰਮਾਤਮਾ ਨੇ ਨਰਕਾਂ ਦੇ ਵਿੱਚ ਵੀ ਢੋਈ ਨਹੀਂ ਦੇਣੀ। ਬਹੁਤ ਵੱਡਾ ਪਾਪ ਹੈ ਇਹ, ਕਿਉਂਕਿ ਉਹ ਬੰਦਾ ਜਿਹੜਾ ਸੁਸਾਈਡ ਕਰਦਾ ਇੱਧਰ ਬੈਠਾ, ਉਹ ਛੋਟੀ ਜਿਹੀ ਗੱਲ ਤੋਂ ਨਹੀਂ ਕਰਦਾ, ਪਤਾ ਨਹੀਂ ਕਿੰਨਾ ਕੁਝ ਸਹਿ ਕੇ ਕਰਦਾ। ਉਹ ਇੱਕ ਵਾਰੀ ਟਰਾਈ ਨਹੀਂ ਕਰਦਾ। ਜਿਹੜਾ ਮੁੰਡਾ ਲਵਪ੍ਰੀਤ ਸੀ, ਉਹ ਇੱਕ ਵਾਰੀ ਟਰਾਈ ਨਹੀਂ ਕੀਤਾ ਸੀ ਉਹਨੇ, ਉਹ ਦਿਨ ਦੇ ਵਿੱਚ 100 ਮੈਸੇਜ ਕਰਦਾ ਵੀ ਹੁਣ ਵੀ ਬਦਲ ਜੇ। ਜਦੋਂ 100 ਦਿਨਾਂ ਮਹੀਨੇ ਬਾਅਦ ਇੱਕ ਵੀ ਰਿਪਲਾਈ ਆ ਜਾਏ ਨਾ, ਉਹਨੂੰ ਬਹੁਤ ਵੱਡਾ ਲੱਗਦਾ ਵੀ ਚੱਲ ਅੱਜ ਮੇਰੇ ਨਾਲ ਬਹੁਤ ਵਧੀਆ ਗੱਲ ਕਰ ਲਈ। ਇੱਥੇ ਕੁੜੀਆਂ ਨੇ ਵੀ ਸਮਝਣਾ ਬਹੁਤ ਵੱਡੀ ਗੱਲ ਹੈ। ਪਹਿਲਾਂ ਮੈਂ ਦੱਸਦਾ ਮੁੰਡਿਆਂ ਨੂੰ ਸਮਝਣ ਦੀ ਗੱਲ ਹੈ, ਪਰ ਕੁੜੀਆਂ ਜਿਹੜੀਆਂ ਇੱਧਰੋਂ ਹਜੇ ਨਹੀਂ ਸੋਚ ਕੇ ਗਈਆਂ ਠੱਗੀ ਮਾਰਾਂਗੀਆਂ, ਬਾਹਰ ਜਾ ਕੇ ਉਹ ਦੂਜੇ ਮੁੰਡਿਆਂ ਦੇ ਪਿੱਛੇ ਲੱਗ ਕੇ ਵੀ ਐਂ ਕਰ ਲਾ ਉਹਨੂੰ ਸੋਚਣਾ ਚਾਹੀਦਾ ਵੀ ਮੈਂ ਆਪਦੇ ਮਾਪਿਆਂ ਦੀ ਇੱਜ਼ਤ ਨਾਲ ਲੈ ਕੇ ਆਈ ਹਾਂ, ਵਿਆਹ ਕਰਾ ਕੇ ਆਈ ਹਾਂ। ਜਾਂ ਪਹਿਲਾਂ ਅੜੋ ਵੀ ਮੇਰੀ ਉਮਰ ਛੋਟੀ ਹੈ, ਵਿਆਹ ਨਹੀਂ ਕਰਨਾ ਪਾਪਾ, ਮੈਂ ਪਹਿਲਾਂ ਅੜ ਜੋ ਜਾਂਦਾ, ਠੀਕ ਹੈ, ਮਾਪੇ ਧੱਕੇ ਥੋੜੀ ਕਰ ਦੇਣਗੇ। ਤੇ ਜੇ ਵਿਆਹ ਕਰਦੇ ਕਹਿੰਦੇ ਮੈਂ ਬਾਹਰ ਹੀ ਨਹੀਂ ਜਾਣਾ, ਤੇ ਜੇ ਕਰਵਾ ਲਿਆ ਤਾਂ ਫਿਰ ਇਹ ਚੀਜ਼ ਨੂੰ ਸੋਚੋ ਸਮਝੋ ਵੀ ਹਾਂ ਵੀ ਮੈਂ ਇਹ ਮਤਲਬ ਨਿਭਾਉਣਾ ਹੈ ਇਹਨੂੰ, ਵਿਆਹ ਨੂੰ। ਐ ਨਹੀਂ ਵੀ ਬਾਹਰ ਚਲੀ ਗਈ ਤਾਂ ਮੈਂ ਮੁੰਡੇ ਨੂੰ, ਜਾਂ ਕਈ ਸੋਚਦੇ ਮੁੰਡੇ ਨੂੰ ਬਾਹਰ ਲਿਆਉਂਗੀ ਉਦੋਂ ਬਾਅਦ ਬਸ ਛੱਡ ਦੂੰਗੀ। ਇਸ ਤਰੀਕੇ ਫਿਰ ਪਹਿਲੇ ਕੱਚਾ ਵਿਆਹ ਕਰਾਓ। ਉੱਥੇ ਗੱਲ ਆ ਜਾਂਦੀ ਹੈ ਨਾ, ਉਮਰ ਹੀ ਹੈ ਨਹੀਂ ਸੋਚਣ ਵਾਲੀ ਇਹਨਾਂ ਕੋਈ। ਹਾਂ, ਉਹ ਗੱਲ ਮੇਨ ਇਹੀ ਹੈ ਵੀ ਇੱਥੇ ਮਾਪਿਆਂ ਦੀ ਬਹੁਤ ਵੱਡੀ ਗਲਤੀ ਹੈ ਵੀ ਉਮਰ ਹੀ ਹੈ ਨਹੀਂ ਗੀ ਸੋਚਣ ਵਾਲੀ। ਤੇ ਇੱਕ ਜਿਹੜੇ ਵਿਚੋਲੇ ਨੇ ਇਹ ਇੱਲਾਂ ਵਾਂਗੂ ਆਉਂਦੇ ਨੇ ਵੀ ਹਾਂ ਉਹਨਾਂ ਦੀ ਕੁੜੀ ਨੇ, ਇਹ ਤਾਂ ਲੱਭਦੇ ਫਿਰਦੇ ਹੁੰਦੇ ਆ, ਫਲਾਣੇ ਦੀ ਕੁੜੀ ਨੇ ਆਇਲਸ ਕਰ ਲਿਆ, ਫਲਾਣਾ ਦਾ ਮੁੰਡਾ ਆਇਲਸ ਵਾਲੀ ਕੁੜੀ ਲੱਭਦਾ, ਤੇ ਉਹ ਬਸ ਉਹਨਾਂ ਨੇ। ਮੈਨੂੰ ਲੱਗਦਾ ਵਿਚੋਲਿਆਂ ਨੇ ਆਈਲੈਟਸ ਵਾਲਿਆਂ ਨਾਲ ਕੰਟੈਕਟ ਕੀਤਾ ਹੋਇਆ। ਤੁਹਾਡੇ ਕੋਈ 7 ਬੈਂਡ ਲੱਗੀ, ਮੈਂ ਸਾਨੂੰ ਦੱਸ ਦਿਓ ਕੰਟੈਕਟ। ਹਾਂ ਬਿਲਕੁਲ ਇਦਾਂ ਹੀ ਵੀ ਉਹਨਾਂ ਨੇ ਮੁੰਡੇ ਉਹਨਾਂ ਨੂੰ ਸਿਰਫ ਕੀ ਹੁੰਦਾ ਵੀ ਸਾਡੀ ਮੁੰਦਰੀ ਪੈ ਜੇ ਇੱਕ। ਮੈਂ ਤਾਂ ਇਹ ਕਰੈਕਟਰ ਤੋਂ ਹੀ ਹੈਰਾਨ ਆ ਵੀ ਜਿਹੜਾ ਇੱਕ ਕਰੈਕਟਰ ਕਿਦਾਂ ਦਾ ਹੋਊਗਾ ਵਿਚੋਲਾ, ਜਿਹੜਾ ਇੱਕ ਛੋਟੀ ਜੀ ਮਤਲਬ 4-5 ਹਜ਼ਾਰ ਦੀ, 10 ਹਜ਼ਾਰ ਦੀ, 15 ਹਜ਼ਾਰ ਦੀ ਮੁੰਦਰੀ ਪਿੱਛੇ ਕਿਸੇ ਦਾ ਬੇੜਾ ਗਰਕ ਕਰ ਦਿੰਦਾ ਜੀ। ਲੈਂਡ ਬਰੋਬਰ ਮੈਂ ਤਾਂ ਇਸ ਕਰੈਕਟਰ ਤੋਂ ਹੀ ਹੈਰਾਨ ਆ ਜਿਹੜਾ ਕੀ ਹੁੰਦਾ ਵਿਚੋਲਾ। ਮੈਂ ਤਾਂ ਇਸ ਕਰੈਕਟਰ ਤੋਂ ਹੀ ਹੈਰਾਨ ਆ ਜਿਹੜਾ ਇਹ ਵਿਚੋਲਾ ਕਰੈਕਟਰ ਹੁੰਦਾ ਵੀ ਇੱਕ ਛੋਟੀ ਜਿਹੀ ਮੁੰਦਰੀ ਪਿੱਛੇ 10-15-20 ਹਜ਼ਾਰ ਦੀ ਮੁੰਦਰੀ ਪਿੱਛੇ ਤੇ ਉਹ ਛੋਟੀ ਉਮਰ ਦੇ ਮੁੰਡੇ ਕੁੜੀਆਂ ਨੂੰ ਮਿਲਾ ਕੇ ਘਰਦਿਆਂ ਨੂੰ ਕਨਵਿੰਸ ਕਰਕੇ ਵਿਆਹ ਕਰ ਦਿੰਦਾ ਤੇ ਉਹਨਾਂ ਦਾ ਬੇੜਾ ਗਰਕ ਕਰ ਦਿੰਦਾ। ਦੱਸੋ ਕਿੱਡਾ ਚੰਗਾ ਬੰਦਾ ਹੋਊਗਾ ਇਹੋ ਜਿਹਾ ਵਿਚੋਲਾ। ਸੋ ਪਤਾ ਕੀ ਗੱਲਾਂ ਹੁੰਦੀਆਂ ਨੇ ਇਹਦੇ ਵਿੱਚ, ਸੋਚ ਸਭ ਤੋਂ ਵੱਡੀ ਕੰਮ ਕਰਨੀ ਚਾਹੀਦੀ ਸਾਡੇ ਮਾਪਿਆਂ ਦੀ।
ਐਡਾ ਤੁਸੀਂ ਬੁਰੇ ਹਾਲ ਤਰੀਕੇ ਨਾਲ। ਔਰ ਦੂਜੀ ਗੱਲ, ਜਿਹੜੇ ਬੱਚੇ ਆ ਹੁਣ ਆਪਣਾ ਕੀ ਚੱਲ ਰਿਹਾ ਮਈ, ਜਿਹੜੇ ਬੱਚੇ ਪਿਛਲੇ ਸਤੰਬਰ ਦੇ ਬਾਹਰ ਗਏ ਹੋਏ ਨੇ ਉਹਨਾਂ ਨੂੰ ਕੰਮ ਨਹੀਂ ਮਿਲਿਆ ਅਜੇ ਤੱਕ ਕੈਨੇਡਾ ਨਹੀਂ ਮਿਲਿਆ, ਬਿਲਕੁਲ ਬੰਦ ਆ ਕੰਮ। ਤੁਸੀਂ ਕਿਸ ਤਰੀਕੇ ਨਾਲ ਭੇਜਦੇ ਹੋ? ਉਹਨਾਂ ਨੇ ਤਾਂ ਆਵਾਜ਼ਾਂ ਮਾਰ ਰਹੀਆਂ ਨੇ ਤੁਹਾਨੂੰ, ਕਾਲਜਾਂ ਦੇ ਵਿੱਚੋਂ ਏਜੰਟਾਂ ਨੇ ਉਹ ਲੈਣੇ ਹੁੰਦੇ ਨੇ, ਐਡਮਿਸ਼ਨ ਲੈਣੇ ਹੁੰਦੇ ਆ, ਤੇ ਕੈਨੇਡਾ ਨੂੰ ਪਤਾ ਹੀ ਹੈ ਵੀ ਤੁਸੀਂ ਇੱਕ ਬੱਚੇ ਦੇ ਨਾਲ 30-35 ਲੱਖ ਰੁਪਏ ਆ ਰਿਹਾ, ਕੈਨੇਡਾ ਕਿਉਂ ਮਨਾ ਕਰੇਗਾ? ਉਹਨਾਂ ਕੋਲ ਏਰੀਆ ਬਹੁਤ ਹੈ, ਪੋਪੂਲੇਸ਼ਨ ਘੱਟ ਹੈ, ਆਪਣੇ ਕੋਲ ਏਰੀਆ ਘੱਟ ਹੈ, ਪੋਪੂਲੇਸ਼ਨ ਬਹੁਤ ਜ਼ਿਆਦਾ ਹੈ। ਸੋ ਠੀਕ ਹੈ, ਤਰੱਕੀ ਵਾਲੇ ਦੇਸ਼ ਨੇ, ਅਸੀਂ ਉੱਥੇ ਜਾ ਕੇ ਕਰ ਸਕਦੇ ਹਾਂ ਬਹੁਤ ਕੁਝ, ਪਰ ਇਹ ਗੱਲ ਨਹੀਂ ਹੈ ਵੀ ਪੰਜਾਬ 'ਚ ਕੁਝ ਨਹੀਂ ਬਚਿਆ। ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਪੰਜਾਬ ਦੇ ਵਿੱਚ ਵੀ ਇਹ ਕੰਮ ਬਚਿਆ, ਪਰ ਕਈ ਵਾਰੀ ਕੁਝ ਹੁੰਦਾ ਵੀ ਮੈਂ ਤਰੱਕੀ ਕਰਨੀ ਹੈ, ਮੈਂ ਪੜ੍ਹਿਆ ਲਿਖਿਆ ਵਾਂ, ਮੈਂ ਦੂਸਰੇ ਦੇਸ਼ਾਂ 'ਚ ਜਾਵਾਂ ਤੇ ਇੱਥੋਂ ਮੈਂ ਆਪਣੇ ਮਾਪਿਆਂ ਦਾ ਵੀ ਨਾਮ ਰੋਸ਼ਨ ਕਰੂੰਗਾ, ਕੰਟਰੀ ਦਾ, ਇਲਾਕੇ ਦਾ, ਸਟੇਟ ਦਾ। ਉਹ ਹੋਰ ਵੀ ਰਾਹ ਹੋ ਸਕਦੇ, ਇਕੱਲਾ ਲੇਬਰ ਹੀ ਥੋੜ੍ਹੀ ਕਰਨ ਜਾਣਾ, ਜਿਵੇਂ ਆਪਣੇ ਪੰਜਾਬੀਆਂ 'ਚ ਤਾਂ ਕਿ ਲੇਬਰ ਹੀ ਕਰਨੀ ਹੈ, ਤੇ ਉਹ ਹੋਰ ਵੀ ਕੋਈ ਰਾਹ ਹੈਗਾ, ਕੋਈ ਸਟੱਡੀ ਦੇ ਰਾਹੀਂ ਕੋਈ ਉੱਥੇ ਵੱਡਾ ਅਫਸਰ ਬਣ ਜਾਂਦਾ, ਕੋਈ ਵੱਡੀ ਡੈਜ਼ਿਗਨੇਸ਼ਨ ਦੇ ਲਈ ਜਾਂਦਾ, ਵੱਡੀਆਂ ਕੰਪਨੀਜ਼ 'ਚ ਜਾਂਦਾ, ਉਹ ਰਾਹ ਹੈਗੇ ਕੋਈ? ਬਿਲਕੁਲ, ਤੁਸੀਂ ਜਿਹੜੀਆਂ ਕੁੜੀਆਂ ਬਾਹਰ ਗਈਆਂ ਨੇ ਕਦੇ ਉਹਨਾਂ ਨਾਲ ਗੱਲ ਕਰਿਓ, ਜਿਹੜੀਆਂ +2 ਦੇ +1 +2 ਮੈਡੀਕਲ, ਨਾਨ ਮੈਡੀਕਲ, ਕਮਰਸ, ਆਰਟਸ ਰੱਖ ਕੇ ਬਹੁਤ ਪੜ੍ਹਦੀਆਂ ਸੀ, ਤੇ ਉਹ ਪੜ੍ਹਦੀਆਂ ਸੀ ਤਾਂ ਮੈਕਡੋਨਲਡਸ ਤੇ ਲੱਗਣ ਵਾਸਤੇ ਪੜ੍ਹਦੀਆਂ ਸੀ, ਜਾਂ ਬਾਹਰ ਜਾ ਕੇ ਟੈਕਸੀਆਂ ਸਾਫ਼ ਕਰਨ ਵਾਸਤੇ ਪੜ੍ਹਦੀਆਂ ਸੀ, ਜਾਂ ਸਿਕਿਉਰਿਟੀ ਗਾਰਡ ਲੱਗਣ ਵਾਸਤੇ ਪੜ੍ਹਦੀਆਂ ਸੀ? ਨਹੀਂ ਨਾ। ਚਾਹੇ ਦੇਸ਼ ਉੱਥੇ ਪੈਸੇ ਵੱਧ ਵੀ ਬਣਦੇ ਹੋਣ, ਪਰ ਹੈ ਤਾਂ ਲੇਬਰ ਉਸ ਦੇਸ਼ ਵਾਸਤੇ, ਅਸੀਂ ਲੇਬਰ ਬਣ ਕੇ ਚਲੇ ਗਏ। ਤੇ ਸਾਡੇ ਬੱਚਿਆਂ ਨੂੰ, ਸਾਡੇ ਮਾਪਿਆਂ ਨੂੰ ਇੰਨੀ ਜਾਗਰੂਕਤਾ ਹੈ ਹੀ ਨਹੀਂ, ਏਜੰਟਾਂ ਨੇ ਤਾਂ ਦੇਣੀ ਨਹੀਂ, ਕਿਉਂਕਿ ਉੱਥੇ ਇਹ ਜਾਗਰੂਕਤਾ ਦੇਣ ਨਾਲ ਉਹਨਾਂ ਦੇ ਪੈਸਿਆਂ ਦਾ ਨੁਕਸਾਨ ਹੁੰਦਾ, ਸਰਕਾਰ ਨੇ ਵੀ ਨਹੀਂ ਦੇਣੀ। ਸਾਡੇ ਬੱਚਿਆਂ ਨੂੰ ਜਾਗਰੂਕਤਾ ਹੋਣੀ ਚਾਹੀਦੀ ਹੈ ਵੀ ਜੇ ਕੁੜੀ ਨੇ +2 ਦੇ ਵਿੱਚ ਮੈਡੀਕਲ ਦੇ ਵਿੱਚ ਬਹੁਤ ਸਾਰੇ ਮਾਰਕਸ ਲਏ ਨੇ ਨਾ, ਤੇ ਉਹਦਾ ਇੱਛਾ ਵੀ ਬਾਹਰ ਜਾਣ ਦੀ ਹੈ, ਤਾਂ ਯੂਰਪ ਦੇ ਵਿੱਚ, ਜਰਮਨੀ ਦੇ ਵਿੱਚ, ਫਿਨਲੈਂਡ, ਜਰਮਨੀ, ਫਰਾਂਸ, ਇਹੋ ਜਿਹੇ ਦੇਸ਼ ਨੇ ਜਿੱਥੇ ਤੁਸੀਂ ਛੋਟੇ ਟੈਸਟ ਹੁੰਦੇ ਨੇ, ਆਨਲਾਈਨ ਟੈਸਟ ਜਾਂ ਇੰਟਰਵਿਊ ਹੁੰਦੇ ਨੇ, ਉਹ ਤੁਸੀਂ ਕਲੀਅਰ ਕਰਨੇ ਨੇ, ਤੇ ਉੱਥੇ ਤੁਹਾਨੂੰ ਐਡਮਿਸ਼ਨਸ ਮਿਲਦੀਆਂ ਨੇ ਡਿਗਰੀਜ਼ ਦੇ ਵਿੱਚ, ਤੇ ਸਕਾਲਰਸ਼ਿਪ ਮਿਲਦੀ ਹੈ, ਸਾਰੇ 3-3 ਸਾਲਾਂ ਦੀ ਡਿਗਰੀ ਫ੍ਰੀ, ਤੇ ਤੁਹਾਨੂੰ ਉੱਥੇ ਰਹਿਣ ਦਾ ਖਰਚਾ ਵੀ ਫ੍ਰੀ। ਤੇ ਜਰਮਨੀ ਦੀ ਯੂਨੀਵਰਸਿਟੀ, ਉੱਥੋਂ ਦੀ ਯੂਨੀਵਰਸਿਟੀ ਦੇ ਵਿੱਚੋਂ ਮੈਡੀਕਲ ਦੀ, ਨਾਨ ਮੈਡੀਕਲ ਦੀ ਡਿਗਰੀ ਕਰਕੇ ਤੁਸੀਂ ਆਓਗੇ ਵਾਪਸ, ਇੰਜੀਨੀਅਰਿੰਗ ਦੀ ਜਾਂ ਕੁਝ ਮੈਡੀਕਲ ਰਿਲੇਟਡ, MD, MBBS, ਤਾਂ ਜਦੋਂ ਇੱਧਰ ਆਓਗੇ ਤੁਸੀਂ ਵੱਡੀਆਂ ਫਾਰਮਸ, ਵੱਡੇ ਹਸਪੀਟਲਸ, ਸਰਕਾਰੀ ਹਸਪੀਟਲਸ, ਏਮਸ ਵਰਗਿਆਂ ਦੇ ਵਿੱਚ ਤੁਹਾਨੂੰ ਦੋਵੇਂ ਹੱਥਾਂ ਦੇ ਨਾਲ ਉਹ ਸਵਾਗਤ ਕਰਨਗੇ, ਨੌਕਰੀਆਂ ਮਿਲਣਗੀਆਂ, ਔਰ ਵੱਡੀਆਂ ਫਾਰਮਸ ਤੁਸੀਂ ਨੌਕਰੀ ਕਰ ਸਕਦੇ ਹੋ। ਇੱਧਰ ਨਹੀਂ ਕਰਨੀ ਤਾਂ ਜਰਮਨੀ ਵਗੈਰਾ 'ਚ ਕਰੋ। ਜੇ ਇੱਧਰ ਕਰਨ ਦਾ ਦੇਖੋ ਕਿੰਨਾ ਫਾਇਦਾ। ਹੁਣ ਅਸੀਂ 25-30 ਲੱਖ ਰੁਪਏ ਲੈ ਕੇ ਜਾ ਕੇ ਕੈਨੇਡਾ ਦੇ ਨੂੰ ਦੇ ਦਿੰਦੇ ਆ। ਇੱਧਰ ਤੁਸੀਂ +2 ਕੀਤੀ, ਤੁਸੀਂ ਇੰਟੈਲੀਜੈਂਟ ਬੱਚੇ ਹੋ, ਬਾਹਰ ਜਾ ਕੇ ਲੇਬਰ ਕਰਨਾ ਚਾਹੁੰਗਾ, ਇੰਟੈਲੀਜੈਂਟ ਬੱਚੇ ਹੋ, ਤੁਸੀਂ ਜਰਮਨੀ ਦੇ ਕਾਲਜ ਲਈ ਅਪਲਾਈ ਕਰੋ, ਜਾਂ ਦੂਜੇ ਦੇਸ਼ਾਂ ਦੇ ਲਈ ਅਪਲਾਈ ਕਰੋ ਜਿਹੜੇ ਅੱਛੇ ਕਾਲਜ ਨੇ, ਤਾਂ ਉੱਥੇ ਤੁਸੀਂ ਪੜ੍ਹਾਈ ਕੀਤੀ, ਉੱਥੇ ਪੈਸਾ ਵੀ ਨਹੀਂ ਦਿੱਤਾ ਤੁਸੀਂ, ਕਿਉਂਕਿ ਪੜ੍ਹਾਈ ਤੁਹਾਡੀ ਫ੍ਰੀ ਹੋ ਗਈ, ਤੁਸੀਂ ਇੰਟੈਲੀਜੈਂਟ ਸੀ, ਪੈਸਾ ਨਹੀਂ ਦਿੱਤਾ। ਜਦੋਂ ਤੁਸੀਂ ਕਮਾਉਣ ਜੋਗੇ ਹੋਏ ਉਦੋਂ ਤੁਸੀਂ ਵਾਪਸ ਇੰਡੀਆ ਜਾ ਕੇ ਜੌਬ ਕਰ ਲਈ, ਸਾਡਾ ਪੈਸਾ ਸਾਡਾ। ਦੇਖੋ ਤੇ ਕਿੱਡੀ ਜ਼ਬਰਦਸਤ ਆਪਦੀ ਧਰਤੀ ਨਾਲ ਵੀ ਜੁੜ ਗਏ। ਐਡੀ ਵੱਡੀ ਯੂਨੀਵਰਸਿਟੀ ਜੋ ਕਹੋਗੇ ਕਰੇ, ਇਹ ਕਰਦੇ ਕੌਣ ਨੇ? ਹੁਣ ਜਿਵੇਂ ਤੁਸੀਂ ਦੇਖੋ, ਇਹ ਜਿਹੜੇ ਪੜ੍ਹੇ ਲਿਖੇ ਲੋਕ ਹੁੰਦੇ ਨੇ, ਜਿਹੜੇ ਇੰਟੈਲੀਜੈਂਟ ਲੋਕ ਹੁੰਦੇ ਨੇ, ਜਿਵੇਂ ਭਾਈ ਦੀਪ ਸਿੱਧੂ ਹੈ, ਉਹ ਇੰਗਲੈਂਡ ਦੇ ਵਿੱਚ ਪਤਾ ਨਹੀਂ ਆਕਸਫੋਰਡ ਤੋਂ, ਸ਼ਾਇਦ ਕੈਂਬਰਿਜ ਤੋਂ, ਪਤਾ ਨਹੀਂ ਉੱਥੋਂ ਲਾਅ ਕਰਕੇ ਆਏ। ਲਾਅ ਕਰਕੇ ਜਦੋਂ ਵਾਪਸ ਆਏ ਤਾਂ ਇੰਡੀਆ ਲਈ ਸਮਰਪਿਤ ਹੋਏ, ਭਾਰਤ ਦੇ ਆਪਣੇ ਪਰਿਵਾਰ ਦੇ ਨੇੜੇ ਰਹੇ, ਔਰ ਬੰਬੇ ਜਾ ਕੇ ਉਹਨਾਂ ਨੇ ਲਾਅ ਫਰਮ ਖੋਲੀ, ਔਰ ਉਸ ਤੋਂ ਬਾਅਦ ਐਡਾ ਤਕੜਾ ਵਕੀਲ ਬਣਿਆ ਦੀਪ ਸਿੱਧੂ ਕਿ ਉਹਨੂੰ ਕਿਹੜੀ ਬਾਲੀਵੁੱਡ ਦੀ ਸ਼ਖਸੀਅਤ ਹੈ ਜਿਹੜੀ ਜਾਣਦੀ ਨਹੀਂ, ਔਰ ਬਹੁਤ ਸਾਰੇ ਨੰਬਰ ਆਫ ਬਾਲੀਵੁੱਡ ਦੇ ਜਿਹੜੇ ਵੱਡੇ ਨਾਮ ਨੇ ਉਹਨਾਂ ਦੇ ਕੇਸ ਲੜੇ ਹੋਏ ਨੇ। ਇੱਕ ਤਾਂ ਕਪੂਰ ਫਿਲਮਸ ਨੇ ਜਿਹੜੀਆਂ, ਜਤਿੰਦਰ ਜੀ ਦਾ ਤਾਂ ਚਲੋ ਓਬਵੀਅਸਲੀ ਸੀਗਾ ਹੀ, ਜਤਿੰਦਰ ਜੀ ਵੱਡੇ ਲੋਕਾਂ ਦੇ ਕੇਸ ਲੜਦੇ ਰਹੇ, ਔਰ ਵੱਡੇ ਜੇਠ ਮਲਾਨੀ ਵਰਗੇ ਵਕੀਲਾਂ ਦੇ ਨਾਲ ਉਹਨਾਂ ਨੇ ਕੀ ਕਹਿੰਦੇ ਹੁੰਦੇ ਨੇ, ਪ੍ਰੈਕਟਿਸ ਕੀਤੀ, ਉਹਨਾਂ ਨਾਲ ਕੰਮ ਕੀਤਾ, ਉਹਨਾਂ ਨਾਲ ਕੇਸ ਵੀ ਲੜੇ। ਸੋ ਬਹੁਤ ਮਤਲਬ ਇਹੋ ਜਿਹੇ ਲੋਕ ਹੈਗੇ ਵੀ ਨੇ ਜਿਹੜੇ ਇਹ ਜਿਹੇ ਕੰਮ ਕਰਦੇ ਨੇ, ਪਰ ਸਾਡੇ ਜਿਹੜੇ ਆਮ ਲੋਕ ਨੇ ਜਿਹੜੇ ਇਹਨਾਂ ਨਾਲ ਪੈਸਾ ਵੇਸਟ ਕਰ ਰਹੇ ਨੇ, ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਨੂੰ ਕੁਛ ਨਹੀਂ ਪਤਾ। ਇੰਟੈਲੀਜੈਂਟ ਬੱਚਾ, ਜੇ ਕੁੜੀ ਤੁਹਾਡੀ ਨੂੰ ਤੁਸੀਂ +2 ਤੱਕ ਤੁਹਾਡੇ ਮਾਪਿਆਂ ਤੋਂ ਬੱਚਾ, ਮੁੰਡਾ ਜਾਂ ਕੁੜੀ ਹੈ, ਕੁੱਟ ਖਾ ਕੇ ਵਿਚਾਰੇ +2 ਤੱਕ ਇੰਨੇ ਸ਼ਾਰਪ ਕੀਤੇ, ਤੁਸੀਂ ਇੰਨੀ ਪੜ੍ਹਾਈ ਕੀਤੀ, ਤਾਂ ਇਹਨਾਂ ਨੂੰ ਮੈਕਡੀ ਦੇ ਵਿੱਚ ਲੱਗਣ ਵਾਸਤੇ ਪੜ੍ਹਾਈ ਕਰਾਈ, ਤੁਸੀਂ ਸਿਕਿਉਰਿਟੀ ਗਾਰਡ ਲੱਗਣ ਵਾਸਤੇ ਪੜ੍ਹਾਈ ਕਰਾਈ, ਤਾਂ ਕਿੰਨਾ ਹੀ ਕੁਛ ਕਰ ਸਕਦੇ ਆ ਉਹ। ਸੋ ਇਹ ਇੱਕ ਬਹੁਤ ਵੱਡਾ ਮੈਟਰ ਆ ਆਪਦੇ ਬੱਚਿਆਂ ਨੂੰ, ਜੇ ਤੁਸੀਂ ਪੜ੍ਹਾਉਣਾ ਹੀ ਚਾਹੁੰਦੇ ਹੋ, ਕਿਉਂਕਿ ਤੁਸੀਂ ਦੇਖੋ 5 ਸਾਲ ਤਾਂ 6 ਸਾਲ ਤਾਂ ਫਿਰ ਵੀ ਲੱਗ ਜਾਣੇ ਕੈਨੇਡਾ ਜਾਣ ਵਾਸਤੇ। ਜੇ ਕੈਨੇਡਾ ਚਲੇ ਗਏ 5-6 ਸਾਲ ਤਾਂ ਤੰਗ ਹੋਊਗਾ ਹੀ ਬੱਚਾ, 5-6 ਸਾਲ ਤਾਂ ਫਿਰ ਵੀ ਲੱਗ ਜਾਣਗੇ ਤੁਹਾਨੂੰ ਪੈਸੇ ਵਾਪਸ ਦੇਣ ਵਾਸਤੇ, ਪਰ 5-6 ਸਾਲਾਂ ਬਾਅਦ ਦੇਊਗਾ ਜਦੋਂ ਪੈਸੇ ਤੋਂ ਕੀ ਕਰ ਰਿਹਾ ਹੋਊਗਾ, ਉਦੋਂ ਵੀ ਲੇਬਰ ਹੀ ਕਰ ਰਿਹਾ ਹੋਊਗਾ। ਜੇ ਤੁਸੀਂ 5-6 ਸਾਲ ਹੋਰ ਵੇਟ ਕਰ ਲਓ 12ਵੀਂ ਤੋਂ ਬਾਅਦ, ਜੇ ਤੁਹਾਡਾ ਬੱਚਾ ਇੰਟੈਲੀਜੈਂਟ ਹੈ, ਤਾਂ ਫਿਰ 5-6 ਸਾਲਾਂ ਬਾਅਦ ਪੈਸੇ ਤੁਹਾਨੂੰ ਵਾਪਸ ਦੇਊਗਾ, ਪਰ ਕੀ ਹੋਊਗਾ, ਸ਼ਾਇਦ IAS, ਸ਼ਾਇਦ ਇੱਕ ਬਹੁਤ ਰਿਨਾਊਂਡ ਡਾਕਟਰ, ਸ਼ਾਇਦ ਇੱਕ ਬਹੁਤ ਮਸ਼ਹੂਰ ਇੰਜੀਨੀਅਰ, ਸ਼ਾਇਦ ਇੱਕ ਬਹੁਤ ਵਧੀਆ ਕਹਿ ਲਈਏ ਵੀ ਕੀ ਕਹਿੰਦੇ ਹੁੰਦੇ ਉਹਨੂੰ, ਇਕਨੋਮਿਸਟ, ਜਾਂ ਕੋਈ ਵੀ ਕਿਸੇ ਫੀਲਡ ਦਾ, ਜਾਂ ਬਹੁਤ ਵਧੀਆ ਜਰਨਲਿਸਟ, ਵੱਡਾ ਅਫਸਰ ਬਣੇਗਾ। ਸੋ ਇਹਨਾਂ ਚੀਜ਼ਾਂ ਤੋਂ ਸਾਡੇ ਮਾਪੇ
ਇਹਨਾਂ ਨੂੰ ਮੀਡੀਆ ਨੂੰ ਵੀ ਜਾਗਰੂਕ ਕਰਨਾ ਚਾਹੀਦਾ। ਅਸੀਂ ਆਪਣੀ ਜ਼ਿੰਮੇਵਾਰੀ ਜਿੰਨੀ ਹੋ ਸਕਦੀ ਨਿਭਾ ਰਹੇ ਹਾਂ। ਪੰਜਾਬ ਪ੍ਰਥਮ ਤੇ ਸਾਡਾ ਇਹੀ ਵਾਅਦਾ ਰਹੇਗਾ, ਹਮੇਸ਼ਾ ਜਾਗਰੂਕ ਕਰਾਂਗੇ ਲੋਕਾਂ ਨੂੰ, ਹਨਾ। ਅਸੀਂ ਮੀਡੀਆ ਦੀ ਵੀ ਜ਼ਿੰਮੇਵਾਰੀ ਹੈ, ਸਰਕਾਰ ਦੀ ਤਾਂ ਬਹੁਤ ਹੀ ਵੱਡੀ ਜ਼ਿੰਮੇਵਾਰੀ ਹੈ, ਤੇ ਏਜੰਟਾਂ ਨੇ ਕਦੇ ਨਹੀਂ ਸਮਝਾਉਣਾ। ਪਰ ਆਈਲੈਟਸ ਨਾ, ਮੈਂ ਤੁਹਾਨੂੰ ਦੱਸਦਾ ਇੱਕ ਛੋਟੀ ਜਿਹੀ ਗੱਲ ਕਿ ਆਈਲੈਟਸ ਇੰਨੀ ਕੁ ਕਰ ਚੁੱਕੀ ਅੰਦਰ। ਸਾਡੇ ਜਿਹੜੇ ਧਰਮ ਪ੍ਰਚਾਰਕ ਹੈ ਉਹ ਜਦੋਂ ਸਟੇਜ ਲੱਗਦੀ ਹੈ, ਗੁਰੂ ਸਾਹਿਬ ਮਹਾਰਾਜ ਨਾਲ ਹੁੰਦੇ ਆ, ਉਹਨਾਂ ਦੀ ਹਜ਼ੂਰੀ 'ਚ ਕਹਿੰਦੇ ਆ ਵੀ ਆਦੇ ਬੱਚਿਆਂ ਨੂੰ ਆਈਲੈਟਸ ਕਰਾਓ, ਇੱਕ ਵਾਰੀ ਫੇਲ ਹੋਵੇ ਫਿਰ ਕਰਾਓ, ਚਾਹੇ ਉਹਨੂੰ 20 ਵਾਰ ਲੱਗ ਜੇ ਟਾਈਮ, ਪਰ ਆਈਲੈਟਸ ਕਰਾਓ, ਬਾਹਰ ਭੇਜੋ। ਦੇਖੋ ਹਾਂ ਯਾਰ ਤਰੀਕੇ, ਤੁਸੀਂ ਆਪਾਂ ਬਾਹਰ ਜਾਣ ਦੇ ਖਿਲਾਫ ਨਹੀਂ ਹੈਗੇ, ਪਰ ਬਾਹਰ ਜਾਣ ਦੇ ਤਰੀਕੇ ਹੁੰਦੇ ਨੇ। ਤੁਸੀਂ ਉਹਨੂੰ ਬੱਚੇ ਦੀ ਜਦੋਂ ਚਲ 12ਵੀਂ ਤੋਂ ਬਾਅਦ ਭੇਜ ਦਿਓ, ਪਰ ਵਿਆਹ ਕਰਕੇ ਤਾਂ ਨਾ ਭੇਜੋ। ਬਿਲਕੁਲ, ਤੁਸੀਂ ਬਾਹਰ ਵੀ ਭੇਜ ਰਹੇ ਹੋ ਐਡੀ ਔਖੀ ਲਾਈਫ ਦੇ ਵਿੱਚ, ਇੱਕ ਉਹਦੇ ਗਲ ਦੇ ਵਿੱਚ ਐਡਾ ਵੱਡਾ ਰੱਸਾ ਵੀ ਪਾ ਰਹੇ ਹੋ ਵਿਆਹ ਵਾਲਾ। ਦੱਸੋ ਕੁੜੀ ਕਿਵੇਂ ਮੈਨੇਜ ਕਰੇਗੀ? ਕੁੜੀ ਆਪਦੇ ਮਾਪਿਆਂ ਦੇ ਵੱਲੋਂ ਵੀ ਡਰਦੀ ਹੈ, ਤੇ ਸੱਸ ਉਧਰੋਂ ਗਾਂ ਸੱਸ ਸਹੁਰਾ ਜਿਹੜਾ ਹੁੰਦਾ ਉਹਨਾਂ ਦੇ ਵੀ ਮਿਹਣੇ ਸੁਣਦੀ ਹੈ ਵੀ ਸਾਡੇ ਮੁੰਡੇ ਨਾਲ ਗੱਲ ਨਹੀਂ ਕਰਦੀ, ਐ ਨਹੀਂ ਕਰਦੀ, ਇਹ ਸਾਨੂੰ ਕੁਛ ਆ ਨਹੀਂ ਭੇਜਿਆ, ਸਾਨੂੰ ਆਈਫੋਨ ਨਹੀਂ ਭੇਜਿਆ, ਆਪਦੇ ਭਰਾ ਨੂੰ ਭੇਜਤਾ, ਉਹਨੂੰ ਐ ਕਰਤਾ ਉਹ ਕਰਤਾ। ਯਾਰ ਕਿੰਨਾ ਕੁਛ। ਥੋੜਾ ਸੋਚ ਤਾਂ ਲਓ, ਮਾਪਿਆਂ ਨੂੰ ਕਹਿਣ ਵਾਲਾ ਹੈ, ਥੋੜਾ ਇਹ ਤਾਂ ਸੋਚ ਲਓ ਵੀ ਬਾਹਰ ਜਾ ਕੇ ਜਿਹੜੇ ਬਾਹਰ ਗਏ ਨੇ ਨਾ, ਜੇ ਤੁਹਾਡਾ ਕੋਈ ਨਜ਼ਦੀਕੀ ਹੈ, ਅਸਲੀ ਬੰਦਾ ਹੋਵੇ, ਉਹਨੂੰ ਬਿਠਾ ਕੇ ਸੱਚੀ ਪੁੱਛੋ ਵੀ ਕਿੰਨੀ ਔਖੀ ਲਾਈਫ ਹੈ। ਸੱਚੀ ਪੁੱਛੋ, ਜੋ ਕਿ ਸੱਚ ਦੱਸਣ ਵਾਲਾ ਹੋਵੇ। ਐ ਬੱਲੇ ਬੱਲੇ ਹੀ ਹੈ ਬਾਹਰ ਜਾਣਾ। ਮੈਂ ਨਹੀਂ ਕਹਿੰਦਾ ਵੀ ਪੰਜਾਬ ਦੇ ਵਿੱਚ ਜੇ ਤੁਸੀਂ ਬੱਚਾ ਇੰਟੈਲੀਜੈਂਟ ਨਹੀਂ ਹੈਗਾ ਤਾਂ ਬਾਹਰ ਨਹੀਂ ਭੇਜੋ, ਭੇਜ ਦਿਓ। ਹੋ ਸਕਦਾ ਹੌਲੀ ਲੇਬਰ ਕਰਕੇ ਵੀ ਚਲੋ ਹੌਲੀ ਪੈਰਾਂ ਤੇ ਤਾਂ ਖੜਾ ਹੋ ਜਾਊਗਾ ਆਪਣਾ ਤੇ, ਪਰ ਆਹ ਮਤਲਬ ਥੋੜੀ ਹੈ ਵੀ ਉਹਦੇ ਉੱਤੇ ਕੁੜੀ, ਜੇ ਕੁੜੀ ਹੈ ਤਾਂ ਉਹਦੇ ਉੱਤੇ ਵਿਆਹ ਦਾ ਵੀ ਬਰਡਨ ਪਾ ਦਿਓ। ਜੇ ਵਿਆਹਣਾ ਚਾਹੁੰਦੀ ਵੀ ਨਹੀਂ, ਵਿਆਹ ਕਰਾਉਣਾ, ਮੁੰਡੇ ਦੇ ਉੱਤੇ ਬਰਡਨ ਪਾ ਦਿਓ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਬਾਹਰ ਜਾਣ ਤੋਂ ਬਾਅਦ ਜਿਹੜਾ ਵਿੱਚ ਟਾਈਮ ਪੀਰੀਅਡ ਲੱਗ ਜਾਂਦਾ, ਉਸ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਮੁੰਡੇ ਦੇ ਉੱਤੇ ਹਾਲਾਤ ਪੈਦਾ ਹੁੰਦੇ ਨੇ, ਉਹਦੇ ਵਾਸਤੇ ਪਿੰਡਾਂ ਦੇ ਲੋਕ ਜ਼ਿੰਮੇਵਾਰ, ਜਿਹੜੇ ਮਿਹਣੇ ਮਾਰਦੇ ਨੇ, ਯਾਰ ਦੋਸਤ ਜ਼ਿੰਮੇਵਾਰ ਨੇ, ਉਹਦੇ ਲਈ ਮਾਪੇ ਜ਼ਿੰਮੇਵਾਰ ਨੇ। ਉਹ ਇਕੱਲਾ ਆਪਦੇ ਆਪ ਤੇ ਸਹਿੰਦਾ, ਉਹ ਐਡੀਆਂ ਚੀਜ਼ਾਂ ਸਹਿੰਦਾ। ਉਸ ਤੋਂ ਬਾਅਦ ਉਹ ਬਾਹਰ ਚਲੇ ਵੀ ਜਾਵੇ ਨਾ, ਫਿਰ ਵੀ ਉਹਦਾ ਉਸ ਕੁੜੀ ਦੇ ਨਾਲ ਦਿਲ ਨਹੀਂ ਮਿਲਦਾ, ਹਨਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਆਈਲੈਟਸ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਘਰ ਗਈਆਂ ਤੇ ਨੁਕਸਾਨ ਕਰਤਾ, ਔਰ ਬੜੇ ਮੁੰਡਿਆਂ ਦੀ ਜਾਨ ਚਲੀ ਗਈ, ਔਰ ਐਡਾ ਵੱਡਾ ਡਿਪਰੈਸ਼ਨ ਲੈਵਲ ਇਸ ਚੀਜ਼ ਨੇ ਵਧਾਤਾ ਕਿ ਬੈਂਡ ਲੈਣ ਲਈ ਪਤਾ ਨਹੀਂ ਕੀ ਕੁਛ ਕਰ ਰਹੇ ਨੇ। ਮੈਂ ਚੰਡੀਗੜ੍ਹ ਰਹਿਣਾ, ਮੈਂ 2015 ਤੋਂ ਲੈ ਕੇ ਉਸ ਤੋਂ ਬਾਅਦ ਜਦੋਂ ਜਰਨਲਿਜ਼ਮ 'ਚ ਕੰਮ ਕਰਨ ਲੱਗਿਆ, ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਫੋਨ ਆਉਂਦੇ ਨੇ, ਬਾਈ ਆਹ ਫਾਈਲ ਲਵਾ ਦਿਓ ਬਾਹਰ ਦੀ, ਸਾਡੇ ਬਾਈ ਪੈਸੇ ਫਸ ਗਏ। ਤਕਰੀਬਨ ਜੇ ਮੈਂ ਤੁਹਾਨੂੰ ਮਨਪ੍ਰੀਤ ਦੱਸਾਂ ਤਾਂ 90-95 ਲੱਖ ਰੁਪਇਆ ਲੋਕਾਂ ਦਾ ਵਾਪਸ ਕਰਵਾ ਦਿੱਤਾ ਅੱਜ ਤੱਕ ਮੈਂ। ਲੋਕਾਂ ਦਾ ਜਿਹੜਾ ਫਸਿਆ ਹੋਇਆ ਸੀ, ਜਿਹੜਾ ਜਮਾਂ ਯੂਜ਼ਲੈਸ ਫਸਿਆ ਹੋਇਆ ਸੀ, ਜਿਵੇਂ ਕਿਸੇ ਨੂੰ ਕਿਹਾ ਹੋਇਆ ਵੀ ਅੱਛਾ ਬਾਈ ਤੁਸੀਂ ਡਰਾਈਵਰ ਹੋ, ਇੱਕ ਬੰਦਾ ਹੈ ਕੈਨੇਡਾ ਦੇ ਵਿੱਚ, ਕੈਲਗਰੀ ਦੇ ਵਿੱਚ, ਉਹਦੇ ਕੋਲ 3 ਟਰੱਕ ਹੈ, ਤੇ ਉਹਦੇ ਕੋਲ ਡਰਾਈਵਰ 2 ਹੀ, ਇੱਕ ਡਰਾਈਵਰ ਹੋਰ ਚਾਹੀਦਾ, ਤਾਂ ਤੁਹਾਨੂੰ ਭੇਜ ਦਿੰਦੇ ਆ। ਕੋਈ ਏਦਾਂ ਵੀ ਜਾਂਦਾ ਹੁੰਦਾ? ਕੋਈ ਉਮਰ ਕਿੰਨੀ ਹੈ ਤੁਹਾਡੀ? 42 ਸਾਲ, ਪੜ੍ਹੇ ਕਦੋਂ? 12ਵੀਂ ਕਦੋਂ ਕੀਤੀ ਸੀ? 1977 ਚ। ਚਲੋ ਤੁਹਾਨੂੰ ਭੇਜ ਦਿੰਦੇ, ਕੋਈ ਗੱਲ ਨਹੀਂ। ਉਹਦੇ ਵਾਸਤੇ ਬੰਦੇ ਨੇ 4 ਲੱਖ ਰੁਪਇਆ ਦਿੱਤਾ ਹੋਇਆ, ਮੈਂ ਮੜਵਾ ਕੇ ਦਿੱਤਾ। ਮੈਂ ਉਹੀ ਇਹੋ ਜਿਹੇ ਕੇਸ। ਔਰ ਆਇਲਸ ਦੇ ਵਿੱਚ ਫਸਾ ਕੇ ਲੋਕਾਂ ਨੂੰ ਬਾਹਰ ਤੁੰਨੀ ਜਾਂਦੇ ਨੇ, ਔਰ ਕਈਆਂ ਨੂੰ ਤਾਂ ਜਿਹੜੇ ਕਾਲਜ, ਜਿਨ੍ਹਾਂ ਕੋਲ ਮਾਨਤਾ ਪ੍ਰਾਪਤ ਕਾਲਜ ਵੀ ਨਹੀਂ ਹੈਗੇ, ਉਹਨਾਂ 'ਚ ਭੇਜੀ ਜਾਂਦੇ ਨੇ। ਉਹ ਬੱਚਿਆਂ ਨੂੰ ਬਾਹਰ ਜਾ ਕੇ ਇੰਨੀ ਦਿੱਕਤ ਪਿੱਛੇ ਜਾ ਮੁੰਡੇ 700 ਮੁੰਡੇ। ਪਰ ਸੋਚ ਕੇ ਵਿਚਾਰ ਕੇ ਅਸੀਂ ਹਾਜ਼ਰ ਹਾਂ, ਪੰਜਾਬ ਪ੍ਰਥਮ ਹਮੇਸ਼ਾ ਹਾਜ਼ਰ ਹੈ। ਜੇ ਕੋਈ ਬੰਦਾ ਸਾਡੇ ਤੋਂ ਰਾਏ ਲੈਣਾ ਚਾਹੁੰਦਾ ਕਿਸੇ ਏਜੰਟ ਬਾਰੇ, ਜੇ ਕਿਸੇ ਆਇਲਸ ਸੈਂਟਰ ਬਾਰੇ, ਕਿਸੇ ਤਰੀਕੇ ਬਾਰੇ ਜਾਣ ਤੋਂ, ਠੱਗੀ ਤੋਂ ਬਚਣਾ ਚਾਹੁੰਦਾ, ਤਾਂ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਫॉर ਫ੍ਰੀ, ਬਿਲਕੁਲ ਮੁਫਤ ਸਲਾਹ ਦੇਣ ਦੇ ਲਈ ਤੁਹਾਡੇ ਲਈ ਹਾਜ਼ਰ ਹਾਂ। ਪਰ ਪਲੀਜ਼ ਆਪਣੇ ਕੀਮਤੀ ਪੈਸੇ ਨੂੰ, ਆਪਣੇ ਕੀਮਤੀ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਾ ਕਰੋ। ਮੈਂ ਉਹੀ ਕਹਿਣਾ ਵੀ ਹੱਲ ਵੀ ਦੱਸ ਦਿਓ ਇਹਦਾ, ਨਹੀਂ ਤਾਂ ਲੋਕਾਂ ਨੇ ਕਹਿਣਾ ਵੀ ਇਹਨਾਂ ਦਾ ਵੀਜ਼ਾ ਨਹੀਂ ਲੱਗਾ ਤੇ ਤਾਂ ਕਰਕੇ ਹੁਣ ਲੱਗੇ। ਤੁਸੀਂ ਤਾਂ ਬੈਂਡ ਵੀ ਲੈ ਲਏ ਸੀ, ਲੋਕਾਂ ਨੇ ਤੁਹਾਨੂੰ ਸਪੈਸ਼ਲ ਕਹਿਣਾ ਕਿ ਇਹ ਬੰਦੇ ਦਾ ਵੀਜ਼ਾ ਨਹੀਂ ਲੱਗਾ। ਇਹ ਸਾਰੇ ਸਮੱਸਿਆ ਤੁਸੀਂ ਬਹੁਤ ਸਾਰੀਆਂ ਗਿਣਾਤੀਆਂ, ਇਹਦਾ ਕੋਈ ਪੁਖਤਾ ਹੱਲ ਹੈਗਾ ਜਾਂ ਸੋਚਿਆ ਜਾ ਸਕਦਾ ਕਿ ਇਸ ਦੇ ਉੱਤੇ ਯਾਰ ਵਿਚਾਰ ਕਰ ਲਓ, ਯਾਰ ਆਹ ਮਸਲੇ ਤੇ ਵਿਚਾਰ ਕਰ ਲਓ। ਜਿਹੜੀ ਵੀਜ਼ੇ ਦੀ ਗੱਲ ਹੈ ਜੀ, ਮੈਂ ਦੱਸਣਾ ਵੀ ਚਾਹੁੰਦਾ ਸੀ, ਤੁਸੀਂ ਕਹਿ ਦਿਆ, ਮੈਨੂੰ ਤਕਰੀਬਨ ਪਰਮਾਤਮਾ ਦੀ ਕਿਰਪਾ ਦੇ ਨਾਲ ਬੜੇ ਸਾਰੇ ਚੈਨਲਸ ਤੋਂ ਆਫਰ ਨੇ ਜਿਹੜੇ ਮੈਂ ਬਾਹਰ ਜਾ ਕੇ ਕਰ ਸਕਦਾ ਸੀ। ਬੜੇ ਸਾਰੇ ਚੈਨਲਸ ਦੇ ਵਿੱਚ ਆਫਰ ਆਉਣਾ ਤਾਂ ਮੈਂ ਪਸੰਦ ਵੀ ਕਰਦਾ ਜਾਣਾ, ਪਰ ਉਹ ਆਏ ਨੇ ਜਿਹੜੇ ਮੈਨੂੰ ਨਹੀਂ ਪਸੰਦ ਆਏ। ਤੇ ਹੋਰ ਤਰੀਕੇ ਦੇ ਆਫਰਸ ਤਾਂ ਬੜੇ ਸੀਗੇ, ਹੋਰ ਤਰੀਕੇ ਦੇ ਆਫਰਸ ਨਹੀਂ ਤਾਂ ਤਰੀਕੇ ਬੜੇ ਸੀ ਮੇਰੇ ਕੋਲ ਜਾਣ ਦੇ ਲਈ। ਮੇਰੀ ਸਕੀ ਭੈਣ ਬਾਹਰ ਬੜੇ ਤਰੀਕੇ ਸੀ, ਪਰ ਮੈਂ ਕਦੇ ਵੀ ਹਜੇ ਤੱਕ ਮੇਰਾ ਮਨ ਨਹੀਂ ਹੈਗਾ, ਠੀਕ ਹੈ, ਜਾ ਕੇ ਵਾਪਸ ਆਉਣ ਦਾ ਪਲਾਨ ਹੋਵੇ, ਪਰ ਵੈਸੇ ਮੇਰਾ ਮਨ ਨਹੀਂ ਹੈਗਾ। ਇਹਦਾ ਸੋਲਿਊਸ਼ਨ ਆ ਜਿਹੜਾ, ਉਹ ਇਹੀ ਸੋਲਿਊਸ਼ਨ ਹੈ ਕਿ ਸਾਨੂੰ ਮਾਪਿਆਂ ਨੂੰ ਸੋਚਣਾ ਪੈਣਾ, ਸਾਨੂੰ ਵੀ ਸੋਚਣਾ ਪੈਣਾ, ਸਾਡੇ ਮਾਪਿਆਂ ਨੂੰ ਵੀ ਸੋਚਣਾ ਪੈਣਾ। ਸਾਰਿਆਂ ਨੂੰ ਸੋਚ ਕੇ ਹੀ ਫੈਸਲਾ ਲੈਣਾ ਚਾਹੀਦਾ ਕਿ ਸਾਡਾ ਬੱਚਾ ਕਿੰਨੀ ਕੁ ਉਮਰ ਦਾ। ਸਭ ਤੋਂ ਪਹਿਲਾਂ ਵਿਆਹ ਵਾਸਤੇ ਤੁਸੀਂ ਬਾਹਰ ਭੇਜਣ ਦੇ ਚੱਕਰ ਦੇ ਵਿੱਚ ਸਿਸਟਮ ਚੋਂ ਬਾਹਰ ਨਿਕਲੋ। ਬਾਹਰ ਭੇਜਣ ਦੇ ਚੱਕਰ 'ਚ ਇਹ ਥੋੜੀ ਹੈ ਵੀ ਤੁਸੀਂ ਬੱਚੇ ਦੀ ਉਮਰ ਹੀ ਨਹੀਂ ਦੇਖਣੀ, ਸੌਦੇਬਾਜ਼ੀਆਂ ਕਰਨ ਲੱਗ ਜਾਓ। ਇਹ ਤਾਂ ਬਹੁਤ ਹੀ ਵਾਹੀਆਤ ਗੱਲ ਹੈ। ਔਰ ਦੂਸਰੀ ਗੱਲ ਜਿਹੜੀ
ਜਿਹੜਾ ਤੁਸੀਂ ਬੱਚੇ ਨੂੰ ਜੇ ਬਾਹਰ ਭੇਜਣਾ ਚਾਹੁੰਦੇ ਹੀ ਹੋ ਹੂੰ ਤਾਂ ਤੁਸੀਂ ਬੱਚੇ ਨੂੰ ਇੱਧਰ ਇਹਨਾਂ ਕੁ ਕਾਬਿਲ ਕਰ ਲਓ। ਜਿਹਦਾ ਵਿਆਹ ਕਰਨਾ ਚਾਹੁੰਦੇ ਹੀ ਹੋ ਤਾਂ 12ਵੀਂ ਤੋਂ ਬਾਅਦ ਘੱਟੋ ਘੱਟ 3 ਸਾਲ ਜਾਂ 4 ਸਾਲ ਜ਼ਰੂਰ ਦਿਓ, ਜਿਹੜੀ ਇੱਧਰ ਡਿਗਰੀ ਹੋ ਜਾਏ। ਨਾਲੇ ਤਾਂ ਉਹ ਆਪਦਾ ਫੀਲਡ ਤੈਅ ਹੋ ਜਾਂਦਾ ਹੈ, ਨਾਲੇ ਉਹਦੀ ਸੋਚ ਐਡੀ ਵਿਕਸਿਤ ਹੋ ਜਾਂਦੀ ਵੀ ਉਹ ਵਿਆਹਤਾ ਜੀਵਨ ਨੂੰ ਹੈਂਡਲ ਕਰ ਸਕੇ। ਜੇ ਉਹ ਵਿਆਹਤਾ ਜੀਵਨ ਨੂੰ ਹੈਂਡਲ ਨਹੀਂ ਕਰ ਸਕਦਾ ਤਾਂ ਭਾਈ ਸਾਹਿਬ ਉਹਨੇ ਆਪਦੀ ਕੈਨੇਡਾ ਦੀ ਸਟਰਗਲ ਲਾਈਫ ਨੂੰ ਵੀ ਹੈਂਡਲ ਨਹੀਂ ਕਰਨਾ। ਹੁਣ ਬੱਚੇ ਨੂੰ ਜਿਹਨੂੰ ਤੁਸੀਂ ਆਪਣੇ ਸੌਖੇਪਣ ਵਾਸਤੇ, ਆਪਦੀ ਸਿਖਾਈ ਵਾਸਤੇ ਬਾਹਰ ਭੇਜਿਆ ਸੀ, ਉਹਨੇ ਤੁਹਾਡੇ ਤੇ ਬੋਝ ਬਣ ਜਾਣਾ ਹੈ ਤੇ ਉਹਨੇ ਆਪਣੇ ਆਪ ਤੇ ਵੀ ਬੋਝ ਬਣ ਜਾਣਾ ਤੇ ਹੋ ਸਕਦਾ ਉਹ ਆਪਣੀ ਜ਼ਿੰਦਗੀ ਤੋਂ ਵੀ ਹੱਥ ਧੋ ਲੇ। ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ। ਪੰਜਾਬ ਪ੍ਰਥਮ ਹਮੇਸ਼ਾ ਤੁਹਾਡੇ ਲਈ ਹਾਜ਼ਰ ਹੈ ਜੇ ਇਸ ਸੰਬੰਧ ਵਿੱਚ ਕੋਈ ਵੀ ਰਾਏ ਹੋਵੇ। ਤੇ ਸਾਡਾ ਪ੍ਰੋਗਰਾਮ ਦਾ ਪਬਲਿਕ ਪੋਡਕਾਸਟ ਜਿਹੜਾ ਇਹ ਨਵਾਂ ਚੈਨਲ ਹੈ ਤੇ ਨਵਾਂ ਸ਼ੋਅ ਹੈ, ਇਹਦੇ ਵਿੱਚ ਹਮੇਸ਼ਾ ਮੈਂ ਸਮਝਦਾ ਮਨਪ੍ਰੀਤ ਆਪਣੀ ਇਹੀ ਕੋਸ਼ਿਸ਼ ਹੋਇਆ ਕਰੇਗੀ ਕਿ ਲੋਕਾਂ ਨੂੰ ਚੰਗਾ ਕੋਈ ਰਾਏ ਦੇਈਏ, ਚੰਗਾ ਕੋਈ ਮਸ਼ਵਰਾ ਦੇਈਏ। ਜੇ ਤੁਸੀਂ ਸੁਣਦੇ ਰਹੋਗੇ ਤਾਂ ਬਿਲਕੁਲ ਪੰਜਾਬ ਪ੍ਰਥਮ ਦੇ ਨਾਲ ਇਸ ਤੇ ਆਪਾਂ ਦਾ ਪਬਲਿਕ ਪੋਡਕਾਸਟ ਤੇ ਗੱਲਾਂ ਬਾਤਾਂ ਕਰਿਆ ਕਰਾਂਗੇ। ਤਾਂ ਬਾਹਰ ਜਾਓ, ਬੇਸ਼ੱਕ ਆਪਣੇ ਬੱਚਿਆਂ ਨੂੰ ਵੀ ਭੇਜੋ, ਪਰ ਮੈਂ ਪੰਜਾਬ ਦੇ ਭੋਲੇ ਲੋਕਾਂ ਨੂੰ ਇੱਕ ਗੱਲ ਜ਼ਰੂਰ ਦੱਸਣਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਘਰ ਦੇ ਵਿੱਚੋਂ ਬਹੁਤ ਸਾਰੇ ਮੈਂਬਰ ਹੈ, ਇੱਕੋ ਹੀ ਕਮਾਉਂਦਾ ਹੈ, 8-9 ਘੰਟੇ ਉਹ ਡਿਊਟੀ ਕਰਦਾ ਹੈ, ਪਰ ਫਿਰ ਵੀ ਹਰੇਕ ਘਰ ਦੇ ਵਿੱਚ ਟੀਵੀ ਹੈ, ਹਰੇਕ ਘਰ ਦੇ ਵਿੱਚ ਵਹੀਕਲ ਹੈ, ਹਰੇਕ ਮੈਂਬਰ ਦੇ ਕੋਲ ਫੋਨ ਹੈ। ਜੇਕਰ ਤੁਹਾਨੂੰ ਕੋਈ ਸਬਜ਼ੀ ਨਹੀਂ ਵਧੀਆ ਲੱਗਦੀ, ਤੁਸੀਂ ਆਪਦੇ ਆਂਢ ਗੁਆਂਢ ਤੋਂ ਫੜ ਲਿਆਉਂਦੇ ਹੋ, ਤੁਸੀਂ ਬਿਨਾਂ ਅਲਾਰਮ ਲਾਏ ਉੱਠਦੇ ਹੋ, ਤੁਹਾਡੇ ਸਿਰ ਤੇ ਕੋਈ ਕਰਜ਼ਾ ਨਹੀਂ, ਕੋਈ ਟੈਨਸ਼ਨ ਨਹੀਂ। ਇਸ ਕਰਕੇ ਵਿਦੇਸ਼ ਦੀ ਧਰਤੀ ਤਰੱਕੀ ਦੇ ਸਕਦੀ ਹੈ, ਪਰ ਸਹੂਲਤਾਂ, ਸਾਧਨ ਤੇ ਸੁੱਖ ਤੇ ਆਰਾਮ ਉਹ ਪੰਜਾਬ ਤੋਂ ਮਿਲਣਾ। ਤੇ ਦਾ ਪਬਲਿਕ ਪੋਡਕਾਸਟ ਹਮੇਸ਼ਾ ਹੀ ਇੱਦਾਂ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਦਾ ਰਹੇਗਾ। ਉਹਨਾਂ ਚਿਰ ਤੁਸੀਂ ਜੁੜੇ ਰਹਿਣਾ। ਸਾਨੂੰ ਦਿਓ ਇਜਾਜ਼ਤ। ਸ਼ੁਕਰੀਆ।